ਅਵਤਾਰ ਤਾਂ ਆਉਂਦਾ ਖਾਲਸਾ ਜੀ ਲੋਕਾਂ ਦੇ ਦੁੱਖ ਸੁੱਖ ਨੂੰ ਦੇਖ ਕੇ ਕਿ ਲੋਕ ਤੜਫਦੇ ਨੇ ਦੁੱਖ ਨਾਲ, ਇਹਨਾਂ ਦਾ ਭਲਾ ਹੋ ਜਾਵੇ। ਅਵਤਾਰ ਰੱਖਤੀ ਅਵਤਾਰ ਆ, ਲੋਕਾਂ ਨੂੰ ਬਿਪਤਾ ਤੋਂ ਰੱਖਣ ਵਾਸਤੇ ਖਾਲਸਾ ਜੀ ਅਵਤਾਰ ਆਉਂਦਾ ਹੈ। ਸੋ ਆਪ ਅਨਕੰਗ ਨਾ ਬਿਦਤੇ ਜਸਮਨ ਸਾਸਾ ਨਾਨਕਾ, ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਸਤਿਗੁਰੂ ਨਾਨਕ ਦੇਵ ਜੀ ਨੇ ਖਾਲਸਾ ਜੀ ਕਲਯੁਗ ਦੇ ਜੀਵਾਂ ਨੂੰ ਕਲਪਨਾ ਦੇ ਸਹਿਤ ਦੇਖ ਕੇ ਅਵਤਾਰ ਧਾਰਿਆ ਹੈ। ਸੋ ਜਦੋਂ ਦੇ ਸਤ ਸੰਗਤ ਜੀ ਕਲਯੁਗ ਦੇ ਸਮੇਂ ਦੇ ਅੰਦਰ ਪਹਿਲੇ ਯੁੱਗ ਵੀ ਸਨ, ਉਹਨਾਂ ਯੁੱਗਾਂ ਦੇ ਵਿੱਚ ਵੱਖਰੇ ਵੱਖਰੇ ਅਵਤਾਰ ਸੀ। ਕਲਯੁਗ ਆਇਆ, ਆਪ ਜੀ ਨੇ ਸਤ ਸੰਗਤ ਜੀ ਅਵਤਾਰ ਧਾਰਿਆ ਹੈ। ਜੋ ਕਾਰਨ ਹੈ ਨਾ ਅਵਤਾਰ ਧਾਰਨ ਦਾ, ਵੀ ਕਿਉਂ ਧਾਰਿਆ, ਉਹ ਆਪਾਂ ਖਾਲਸਾ ਜੀ ਕਥਾ ਵਿਚਾਰ ਰਹੇ ਹਾਂ। ਬਿਰਤੀਆਂ ਨੂੰ ਇਕਾਗਰ ਕਰੋ। ਇਹ ਕਾਰਨ ਕੌਣ ਦੱਸ ਰਿਹਾ? ਭਾਈ ਬਾਲਾ ਜੀ ਦੱਸ ਰਹੇ ਨੇ। ਗੁਰੂ ਅੰਗਦ ਦੇਵ ਜੀ ਦੇ ਪੁੱਛਣ ਤੋਂ ਭਾਈ ਬਾਲਾ ਜੀ ਦੱਸ ਰਹੇ ਨੇ, ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ ਇਹ ਹੈ। ਬਾਲਾ ਬਾਲਣ ਕਰਨ ਲੱਗਾ ਬਰ, ਭਾਈ ਬਾਲਾ ਜੀ ਉਚਾਰਦੇ ਨੇ ਗੁਰੂ ਅੰਗਦ ਦੇਵ ਦੀ ਸ਼ਰਨ ਵਿੱਚ ਬੈਠ ਕੇ, ਸਸਮੁਖ ਤੇ ਇਤਿਹਾਸ ਸੁਦਾਸਰ। ਇਹ ਸਤ ਸੰਗੀ ਕਥਾ ਕੈਸੀ ਹੈ? ਅੰਮ੍ਰਿਤ ਹੈ। ਚੰਦਰਮਾ ਵਰਗਾ ਸੋਹਣਾ ਮੁਖ ਹੈ ਭਾਈ ਬਾਲਾ ਜੀ ਦਾ। ਜਿਵੇਂ ਚੰਦਰਮਾ ਦੇ ਵਿੱਚੋਂ ਸੋਹਣੀਆਂ ਕਿਰਨਾਂ ਨਿਕਲਦੀਆਂ, ਸ਼ਾਂਤੀ ਦਿੰਦੀਆਂ, ਇਸੇ ਤਰ੍ਹਾਂ ਸਤ ਸੰਗਤ ਜੀ ਭਾਈ ਬਾਲਾ ਜੀ ਦੀ ਮੁਖ ਚੋਂ ਕਥਾ ਸੁੰਦਰ ਹੈ ਨਿਕਲਦੀ। ਸ੍ਰੀ ਬਾਲਾ ਸੁੰਦਰ ਵਾਚ, ਕਲਯੁਗ ਪਾਏ ਅਕਾਲ ਪਰਜੋਰਾ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਮੈਂ ਕਾਰਨ ਦੱਸਦਾ ਹਾਂ। ਕਲਯੁਗ ਚੜ ਗਿਆ ਜਿਸ ਵੇਲੇ, ਬਿਨਾਂ ਹੀ ਸਮੇਂ ਤੋਂ ਇਹਨੇ ਬਹੁਤਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਜੇ ਸਤ ਸੰਗਤ ਜੀ ਸੂਰਜ ਹਰੇ ਸਵੇਰ ਦਾ ਚੜੇ, ਧੁੱਪ ਪਾਵੇ ਦੁਪਹਿਰ ਜਿੰਨੀ, ਫਿਰ ਆਪਾਂ ਕਹਿੰਦੇ ਵੀ ਹਲੇ ਤਾਂ ਸੂਰਜ ਸਵੇਰ ਦਾ ਸੂਰਜ ਇੰਨੀ ਧੁੱਪ ਨਹੀਂ ਪਾਉਂਦਾ ਹੁੰਦਾ। ਤੇਜ ਹੋਵੇ ਸੂਰਜ ਦਾ ਦੁਪਹਿਰ ਦੇ ਸੂਰਜ ਜਿੰਨਾ, ਚੜਿਆ ਹੋਵੇ ਸਵੇਰੇ ਹੀ, ਹਲੇ ਫਿਰ ਦੁਪਹਿਰੇ ਤਾਂ ਬਹੁਤ ਹੀ ਬੁਰੀ ਹਾਲਤ ਹੋਊ। ਕਲਯੁਗ ਨੇ ਸਤ ਸੰਗਤ ਜੀ ਹਲੇ ਚੜਿਆ ਹੀ ਸੀ, ਪਹਿਲਾਂ ਹੀ ਸਤ ਸੰਗਤ ਜੀ ਬੜੇ ਭਿਆਨਕ ਪਾਪ ਹੋਣੇ ਸ਼ੁਰੂ ਹੋ ਗਏ। ਦੁਨੀਆ ਜਿਵੇਂ ਭੱਠੀ 'ਚ ਦਾਣਾ ਭੁੱਜਦਾ ਐ ਤੜਫਣ ਲੱਗ ਗਈ। ਤੁਰਕਾਂ ਦਾ ਰਾਜ ਹੋ ਗਿਆ। ਪ੍ਰਗਟ ਭਏ ਅਗ ਓਗ ਪਰ ਘੋਰਾ। ਕਲਯੁਗ ਦਾ ਸਤ ਸੰਗਤ ਜੀ ਉਸ ਵੇਲੇ, ਜਿਸ ਵੇਲੇ ਜ਼ੋਰ ਪਿਆ, ਨਿਸ਼ਾਨੀ ਕੀ ਕਲਯੁਗ ਦੀ, ਥਾਂ ਥਾਂ ਤੇ ਪ੍ਰਗਟ ਭਿਆਨਕ ਪਾਪ ਹੋਣ ਲੱਗ ਗਏ। ਆਦਿ ਕਾਲ ਹੋਤ ਉਤਪਾਤਾ। ਪਹਿਲਾਂ ਹੀ ਸਤ ਸੰਗਤ ਜੀ ਕਾਲ ਪੈਣ ਲੱਗੇ, 12-12 ਸਾਲ ਦੇ ਕਾਲ ਪੈਣੇ, ਅੱਧੇ ਲੋਕਾਂ ਨੇ ਭੁੱਖੇ ਤੜਪ ਤੜਪ ਕੇ ਮਰ ਜਾਣਾ। ਐ ਉਪੱਦਰ ਹੋਣ ਲੱਗ ਗਏ। ਭਇਓ ਮਲੇਸ਼ ਰਾਜ ਬਖਿਆਤਾ। ਦੂਸਰੇ ਪਾਸੇ ਜਿਹੜਾ ਧਰਮ ਦਾ ਰਾਜ ਸੀ ਛਤਰੀ ਵੰਸ਼ ਦੇ ਵਿੱਚ, ਉਹ ਵੀ ਚਲਿਆ ਗਿਆ। ਸ਼ਿਪ ਦੇ ਪੱਛਮ ਵੱਲੋਂ ਤੁਰਕ ਆ ਗਏ। ਮਲੇਸ਼ਾਂ ਦਾ, ਤੁਰਕਾਂ ਦਾ ਰਾਜ ਹੋ ਗਿਆ ਭਾਰਤ ਵਰਸ਼ ਦੇ ਅੰਦਰ। ਜ਼ੁਲਮ ਕਰਨ ਲੱਗ ਗਏ। ਪੰਥ ਮੁਹੰਮਦ ਵਰਤ ਵਪਾਰਾ। ਇਹ ਮੁਹੰਮਦ ਦਾ ਜਿਹੜਾ ਪੰਥ ਹੈ, ਸਤ ਸੰਗੀ ਸੁੰਨੀ ਲੋਕ ਮੁਸਲਮਾਨ ਥਾਂ ਥਾਂ ਵਧਣ ਲੱਗ ਗਏ। ਕਲਮਲ ਮੈਂ ਮਤਹੀਨ ਵਿਚਾਰਾ। ਸਾਰੇ ਲੋਕ ਵਿਚਾਰ ਤੋਂ ਹੀਣ, ਪਾਪ ਨੇ ਗ੍ਰਸ ਲਏ ਪਾਪੀ। ਗੋ ਗਰੀਬ ਕੋ ਹਤੈ ਕਸਾਲੀ। ਕੁਨਿਆ ਕਰਕੇ ਸਤ ਸੰਗੀ ਗਊ ਗਰੀਬ ਨੂੰ ਮਾਰਦੇ ਨੇ, ਗਰੀਬ ਨਾਲ ਵੀ ਧੱਕਾ ਕਰਦੇ, ਉਹਨਾਂ ਦਾ ਗਲ ਘੁੱਟਦੇ, ਔਰ ਥਾਂ ਥਾਂ ਬੁੱਚੜਖਾਨੇ ਖੁੱਲ ਗਏ, ਗਾਈਆਂ ਵੱਢਣ ਲੱਗ ਗਏ। ਕਲ ਕੇ ਕਾਲੇ ਕੀਨ ਕਚਾਲੀ। ਕਿਉਂ ਕਲਯੁਗ ਦੇ ਸਮੇਂ ਨੇ ਚੜ੍ਹਦੇ ਨਹੀਂ ਸਤ ਸੰਗਤ ਜੀ ਇਹੀ ਜੀ ਖੋਟੀ ਰੀਤੀ ਪ੍ਰਗਟ ਕਰ ਦਿੱਤੀ। ਨਿਰਪਤ ਪਏ ਮੰਤ ਮੰਦ ਮਿਲੀਨਾ। ਇੱਥੇ ਤਾਂ ਰਾਜੇ ਪ੍ਰਜਾ ਦੀ ਰਾਖੀ ਕਰਦੇ ਸੀ, ਰਾਜੇ ਅਯਾਸ਼ ਹੋ ਗਏ, ਮੰਦੀ ਮਤ ਵਾਲੇ। ਜਨ ਸ਼ੁਭ ਕਰਮ ਖੋਸ ਕਿਸ ਲੀਨਾ। ਇਹੀ ਜੀ ਮਲੀਨ ਬਿਰਤੀ ਵਾਲੇ ਰਾਜੇ ਪ੍ਰਗਟ ਹੋਣ ਲੱਗੇ। ਖਾਲਸੇ ਚੰਗਾ ਸ਼ੁਭ ਕਰਮ ਪਾਣੀ ਖੋਹ ਹੀ ਲਿਆ ਉਹਨਾਂ ਕੋਲੋਂ ਕਿਸੇ ਨੇ। ਉਹਨਾਂ ਨੇ ਕਸਮ ਹੀ ਖਾ ਲਈ ਵੀ ਸੋਹਣਾ ਕੰਮ ਕਰਨਾ ਹੀ ਨਹੀਂ। ਮੰਤਰੀ ਲੋਲਪ ਬੇਸਿਆਗਾਮੀ। ਉਹਨਾਂ ਦੇ ਵਜ਼ੀਰ ਵੀ ਉਹੋ ਜਿਹੀ ਲਾਲਚੀ ਸਤ ਸੰਗਤ ਜੀ, ਬੇਸਵਾ ਦੇ ਘਰਾਂ ਜਾਣ ਵਾਲੇ ਵਜ਼ੀਰ ਬਣ ਗਏ। ਦੁਰਾਚਾਰ ਕਰੀ ਮਨਬਾਨੀ। ਮਨ ਟੇਢੇ ਵਾਲੇ ਖੋਟੇ ਆਚਾਰ ਕਰਦੇ ਨੇ। ਦੋਹਰਾ ਦੁਰਮਤ ਦੁਸ਼ਟ ਦਰੋਦਰੀ। ਖੋਟੀ ਮਤ ਥਾਂ ਥਾਂ ਤੇ ਸਤ ਸੰਗਤ ਜੀ ਫੈਲ ਗਈ। ਇਸ ਤਰ੍ਹਾਂ ਜੂਏਬਾਜੀ ਚੱਲ ਪਈ। ਦੋ ਕ੍ਰਿਤ ਦੁਖਤ ਕਲੇਸ਼। ਦੁਸ਼ਟ ਲੋਕ ਖੋਟੀ ਕਿਰਤ ਕਰਨ ਲੱਗ ਗਏ। ਕਲੇਸ਼ ਸਤ ਸੰਗਤ ਜੀ ਸਾਰੇ ਅਸ਼ਾਂਤੀ ਫੈਲ ਗਈ।
ਕਲਪਨਾ ਹੀ ਭਰ ਗਈ। ਸੂਨ ਸਿੰਘ ਕਾ ਸਰਸ ਸੋ। ਅਹੀ ਜੀ ਸਤ ਸੰਗਤ ਜੀ ਲੋਕਾਂ ਦੇ ਹਿਰਦੇ 'ਚ ਕਲਪਨਾ ਤਪਣ ਲੱਗੇ ਹਿਰਦੇ। ਐ ਸਮਝ ਲਓ ਜਿਵੇਂ ਸਤ ਸੰਗਤ ਜੀ ਇੱਕ ਰਾਹੂ ਗ੍ਰਹਿ ਹੈ, ਉਹ ਚੰਦਰਮਾ ਨੂੰ ਲੱਗਦਾ, ਆਪਾਂ ਕਹਿੰਦੇ ਹੁਣ ਗ੍ਰਹਿਣ ਲੱਗ ਗਿਆ। ਉਹ ਜਿਵੇਂ ਰਾਹੂ ਗ੍ਰਹਿ ਹੈ। ਸੂਨ ਸਿੰਘ ਕਾ ਸਰਸ ਸੋ। ਜਿਹੜਾ ਚੰਦਰਮਾ ਸੀ ਸਤ ਸੰਗਤ ਜੀ, ਉਸ ਨੂੰ ਉਹ ਢੱਕ ਲੈਂਦਾ ਗ੍ਰਹਿ ਨੂੰ। ਐ ਧਰਮ ਤਾਂ ਹੈਗਾ ਚੰਦਰਮਾ ਦੀ ਨਿਆਈ, ਧਰਮ ਨੂੰ ਐ ਢੱਕ ਲਿਆ ਪਾਪਾਂ ਨੇ। ਕਲਯੁਗ ਦੇ ਭਿਆਨਕ ਸਮੇਂ ਨੇ ਜਿਵੇਂ ਰਾਹੂ ਗ੍ਰਹਿ ਗ੍ਰਹਿਣ ਲੱਗੇ ਤੋਂ ਚੰਦਰਮਾ ਨੂੰ ਢੱਕ ਲੈਂਦਾ ਹੈ। ਧਰਮ ਪਇਓ ਰੰਕੇਸ਼। ਧਰਮ ਸਤ ਸੰਗਤ ਜੀ ਚੰਦਰਮਾ ਦੀ ਨਿਆਈ ਲੁਕ ਚੱਲਿਆ। ਚੌਪਈ ਨਿਰਭਤ ਪਕਾਰ ਨਾ ਸੁਣੇ ਹੈ ਕਾਈ। ਕੀ ਹਾਲਤ ਹੋਈ, ਰਾਜੇ ਕਿਸੇ ਦੀ ਫਰਿਆਦ ਹੀ ਨਹੀਂ ਸੁਣਦੇ। ਕਾਜੀ ਰਿਸ਼ਵਤ ਬਸ ਅਦਕਾਈ। ਕਾਜੀ ਲੋਕ ਸੀ ਉਹ ਰਿਸ਼ਵਤ ਲੈਣ ਲੱਗ ਗਏ। ਝੂਠੇ ਕੋ ਸਾਚਾ ਕਰ ਦੇਈ। ਜੇ ਕੋਈ ਝੂਠਾ ਉਹਨਾਂ ਨੂੰ ਸੱਚਾ ਬਣਾ ਦਿੰਦੇ, ਇਹੀ ਜੀ ਕਚਹਿਰੀ ਲੱਗਣ ਲੱਗ ਗਈ। ਸਤ ਨਿਆਂ ਕੋ ਨਾਉ ਨਲੇ ਨੀ। ਸੱਚਾ ਨਿਆਂ ਕਰਨ ਦਾ ਕੋਈ ਨਾਮ ਨਹੀਂ ਸੀ ਲੈਂਦਾ। ਜੈ ਤੈ ਚਲੀ ਮਲੇਸ਼ਨ ਭਾਖਾ। ਜਿੱਥੇ ਕਿਤੇ ਖਾਲਸਾ ਜੀ ਆਪਣੀ ਦੇਸ਼ ਦੀ ਭਾਸ਼ਾ ਤਿਆਗ ਦਿੱਤੀ, ਕੋਈ ਅਰਬੀ ਬੋਲਦਾ, ਕੋਈ ਫਾਰਸੀ ਬੋਲਦਾ, ਇਹ ਮਲੇਸ਼ਾਂ ਦੀ ਭਾਸ਼ਾ ਚੱਲ ਪਈ। ਨਿਜ ਨਿਜ ਧਰਮ ਨਰਨ ਸਭ ਅਪਨਾਖਾ। ਆਪੋ ਆਪਣਾ ਧਰਮ ਸਾਰੇ ਲੋਕਾਂ ਨੇ ਛੱਡ ਦਿੱਤਾ। ਇਹੋ ਜਿਹਾ ਕਲਯੁਗ ਦਾ ਪ੍ਰਭਾਵ ਪਿਆ। ਪੁੰਨਹੀਨ ਤਨ ਪਾਪਨ ਪੀਨਾ। ਲੋਕ ਪੁੰਨਾਂ ਤੋਂ ਹੀਣੇ ਹੋ ਗਏ, ਕਮਜ਼ੋਰ ਹੋ ਗਏ। ਪੁੰਨਾਂ ਦੇ ਪਕਸ਼ ਵੱਲੋਂ ਕਮਜ਼ੋਰ ਨੇ, ਪਾਪਾਂ ਨਾਲ ਮੋਟੇ ਹੁੰਦੇ ਜਾਂਦੇ ਹਨ। ਦਰਬ ਖਸੋਟੇ ਦੇਖਤ ਦੀਨਾ। ਗਰੀਬ ਨੂੰ ਦੇਖ ਕੇ ਧਨ ਖੋਹੀ ਜਾਂਦੇ ਨੇ। ਪਰ ਕਾਰਜ ਕੇ ਕਰਤਾ ਹਾਨੀ। ਆਪਣੇ ਕੰਮ ਸਵਾਰਨ ਵਾਸਤੇ ਦੂਜੇ ਦੇ ਕੰਮ ਨੂੰ ਹਟਾ ਦਿੰਦੇ ਨੇ, ਨਾਸ਼ ਕਰ ਦਿੰਦੇ ਨੇ। ਸਣ ਜਿਉ ਤਨ ਖੋਵੇ ਦੁਖਦਾਨੀ। ਜਿਵੇਂ ਸਣ ਦਾ ਸੁਭਾਅ ਖਾਲਸਾ ਜੀ ਆਪ ਵੀ ਆਪਣੀ ਖੱਲ ਲਹਾਉਂਦੀ ਆ ਉੱਤੋਂ। ਜ਼ਿਮੀਂਦਾਰਾਂ ਨੂੰ ਪਤਾ ਹੈ ਜਿਹੜੀ ਸਣ ਹੁੰਦੀ ਹੈ ਖਾਲਸਾ ਜੀ ਦੇ ਰੱਸੇ ਬਣਦੇ ਹੈ, ਉਹਨੂੰ ਪਹਿਲਾਂ ਬੀਜ ਕੇ ਜਦੋਂ ਐਨ ਪੱਕਦੀ ਹੈ, ਇਹਨੂੰ ਵੱਢ ਕੇ ਸਤ ਸੰਗਤ ਜੀ ਛੱਪੜ 'ਚ ਸਿੱਟਦੇ ਆ। ਉਹ ਉੱਤੋਂ ਉਹਦੀ ਛਿੱਲ ਲਾਹੀ ਜਾਂਦੀ ਹੈ। ਉਹ ਆਪ ਤਾਂ ਛਿੱਲ ਲਹਾਉਂਦੀ ਹੈ, ਆਪ ਫਿਰ ਰੱਸੇ ਬਣ ਕੇ ਲੋਕਾਂ ਦੇ ਗਿੱਟਿਆਂ 'ਚ ਬੰਧਨ ਪਾਉਂਦੀ ਹੈ। ਐ ਪਾਪੀ ਲੋਕ ਆਪ ਤਾਂ ਪਾਪ ਨਾਲ ਗ੍ਰਸੇ ਜਾਂਦੇ ਨੇ, ਲੋਕਾਂ ਨੂੰ ਵੀ ਤੰਗ ਕਰਦੇ ਨੇ। ਪਰ ਤਨ ਪਰ ਨਿੰਦਿਆ ਪਰਦਾਰਾ। ਪਰਾਏ ਤੁਹਾਨੂੰ ਖਿੱਚਣਾ, ਪਰਾਈ ਨਿੰਦਿਆ ਕਰਨੀ, ਪਰਾਈ ਇਸਤਰੀ ਵੱਲ ਤੱਕਦੇ ਨੇ। ਨਿਸ ਦਿਨ ਤਨ ਮਨ ਸੋ ਹਿਤ ਧਾਰਾ। ਇਹ ਤਿੰਨਾਂ ਆਦਤਾਂ ਵਿੱਚ ਤਨ ਮਨ ਧਨ ਕੇ ਹਿਤ ਧਾਰਿਆ ਹੋਇਆ ਲੋਕਾਂ ਨੇ। ਦੋਹਰਾ ਜਗਮ ਬਹੁਤ ਸਰੇਵਰੇ ਕਰਤ ਦਿਗੰਬਰ। ਇਹ ਤਾਂ ਆਮ ਪਰਜਾ ਦੀ ਸਤ ਸੰਗਤ ਦੀ ਹਾਲਤ ਦੱਸੀ ਨਾ, ਜਦੋਂ ਕਲਯੁਗ ਚੜਿਆ ਹੈ ਜਿਹਾ ਸਮਾਂ ਭਿਆਨਕ। ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਸਮਾਂ ਸਤ ਸੰਗਤ ਜੀ, ਕਿਉਂ ਦੁਆਪਰ ਜਿਹੜਾ ਯੁੱਗ ਸੀ ਇਹ ਰਾਜੇ ਪ੍ਰੀਸ਼ਦ ਦੇ ਟਾਈਮ ਖਤਮ ਹੋ ਗਿਆ। ਉਸ ਤੋਂ ਬਾਅਦ ਜਦੋਂ ਕਲਯੁਗ ਚੜਿਆ, ਖਾਲਸਾ ਜੀ ਚੜ੍ਹਦੇ ਸਾਰੀ ਐ ਲੋਕ ਪਾਪੀ ਹੋ ਗਏ, ਇੱਕਦਮ ਪ੍ਰਭਾਵ ਪਾ ਦਿੱਤਾ ਕਲਯੁਗ ਨੇ। ਸੋ ਇੱਧਰ ਸਤ ਸੰਗਤ ਜੀ ਤਕਰੀਬਨ 4,500 ਸਾਲ ਕਲਯੁਗ ਐ ਲੰਘਿਆ। ਬੜਾ ਭਾਰੀ ਜੁਰਮ ਹੋਇਆ। ਫੇਰ ਭਾਈ ਵਾਹਿਗੁਰੂ ਨੂੰ ਅਵਤਾਰ ਧਾਰਨਾ ਪਿਆ ਗੁਰੂ ਨਾਨਕ ਰੂਪ ਹੋ ਕਰਕੇ। ਪੜੋ ਪੰਕਤੀ ਇਹੀ। ਜੰਗਮ ਬਹੁਤ ਸਰੇਵਰੇ। ਜਿਵੇਂ ਪਰਜਾ ਦੇ ਲੋਕ ਸਤ ਸੰਗਤ ਜੀ ਬਹੁਤ ਦੁਖੀ ਹੋਏ, ਰਾਜੇ ਪਾਪੀ ਬਣ ਗਏ, ਵਜ਼ੀਰ ਵੀ ਬੇਸਵਾਗਾਮੀ ਹੋ ਗਏ, ਵਾਢੀ ਚੱਲ ਪਈ, ਰਿਸ਼ਵਤ ਚੱਲ ਪਈ, ਧੀ ਭੈਣ ਦੀ ਸਾਂਝ ਨਾ ਰਹੀ। ਇਹੋ ਜਿਹੇ ਲੋਕ ਸਾਰੇ ਥਾਂ ਥਾਂ ਤੇ ਹੋ ਗਏ। ਫਿਰ ਦੂਜਾ ਪੱਖ ਹੈ ਧਰਮੀ ਲੋਕਾਂ ਦਾ। ਜਿੰਨੇ ਸਾਧੂ ਲੋਕ, ਉਹਨਾਂ ਦੀਆਂ ਵੀ ਬਿਰਤੀਆਂ ਵਿਗੜ ਗਈਆਂ। ਜੰਗਮ ਸਤ ਸੰਗਤ ਜੀ ਆਹ ਦੇਖੇ ਉਹਨੇ ਆਪਣੇ ਪਿੰਡਾਂ ਦੇ ਵਿੱਚ, ਉਹ ਟੱਲੀ ਨਾਲ ਵਜਾਉਂਦੇ, ਮੋਰਾਂ ਦੇ ਫੰਗ ਸਿਰ ਤੇ ਰੱਖੇ ਹੁੰਦੇ ਆ, ਉਹ ਪਾਰਵਤੀ ਦਾ ਵਿਆਹ ਗਾਉਂਦੇ ਹੁੰਦੇ ਆ। ਸ਼ਿਵ ਬੋਲੇ ਭੰਡਾਰ ਭਰੇਂਗੇ ਤਦ ਕਹਿੰਦੇ ਹੁੰਦੇ ਆ ਖਾਲਸਾ ਜੀ, ਉਹਨਾਂ ਨੂੰ ਜੰਗਮ ਕਹਿੰਦੇ ਨੇ। ਉਹ ਜੰਗਮ ਜਿਹੜੇ ਸਾਧੂ ਸੀ, ਜੰਗਮ ਤੇ ਸਰੇਵੜੇ ਜਿਹੜੇ ਮੂੰਹ ਤੇ ਪੱਟੀਆਂ ਬੰਨੀ ਵਿੱਚ ਜੈਨੀ, ਇਹੋ ਜਿਹੇ ਜਿਹੜੇ ਧਰਮੀ ਲੋਕ ਸੀ। ਕਰਤ ਦਿਗੰਬਰ ਰਾਰ। ਦਿਗੰਬਰ ਨਾ ਗਏ ਸਾਧੂ, ਇਹ ਆਪਸ ਵਿੱਚ ਹੀ ਝਗੜਨ ਲੱਗ ਗਏ ਈਰਖਾ ਨਾਲ। ਖੱਟ ਦਰਸ਼ਨ ਹਰ ਨਾਮ ਬਿਨ। ਹਰੀ ਦੇ ਨਾਮ ਤੋਂ ਸੁੰਝੇ ਹੋ ਗਏ, ਨਾਮ ਜਪਣਾ ਭੁੱਲ ਗਏ। ਆਪਸ ਵਿੱਚ ਹੀ ਭੇਖ ਭੇਖ, ਉਹ ਕਹਿੰਦਾ ਸਾਡਾ ਭੇਖ ਚੰਗਾ, ਉਹ ਕਹਿੰਦਾ ਸਾਡਾ ਭੇਖ ਚੰਗਾ। ਖੱਟ ਭੇਖ ਨੇ ਸਤ ਜੋਗੀ ਜੰਗਮ ਸਰੇਵੜੇ, ਸੰਨਿਆਸੀ ਔ ਦਰਵੇਸ਼। ਛੇਵਾਂ ਜਾਮਾ ਵਿਪਰ ਕਾ ਜਾਮਾ ਮੀਨ ਨਾ ਮੇਖ।
ਇਹ 6 ਭੇਖ ਆਪਸ ਵਿੱਚ ਹੀ ਲੜਨ ਲੱਗ ਗਏ। ਹੋਤ ਬਾਦ ਮੈਂ ਖੁਆਰ, ਬਹੁਤ ਝਗੜਿਆਂ 'ਚ ਖੁਆਰ ਹੁੰਦੇ ਹਨ। ਚੌਪਈ ਕੀਨੇ ਦਵਾਦਸ ਮਾਰਗ ਜੋਗੀ, ਗੋਰਖਨਾਥ ਦੇ ਸਤ ਸੰਗਤ ਜੀ ਜੋਗ ਮਤ ਦੇ 12 ਮਤ ਚੱਲ ਪਏ, ਖਿੰਡ ਗਏ। ਆਈ ਪੰਥ, ਕਨੀਫਾ ਪੰਥ, ਇਤਾਦਿਕ ਪਾਗਲ ਪੰਥ, ਸਤ ਸੰਗਤ ਜੀ ਇਹ ਬਹੁਤ 12 ਪੰਥ ਨੇ ਜੋਗੀਆਂ ਦੇ। ਪਾਉ ਭਗਤ ਬਿਨ ਭਏ ਬਿਯੋਗੀ, ਲੇਕਿਨ ਖਾਲਸਾ ਜੀ ਪ੍ਰੇਮਾ ਭਗਤੀ ਤੋਂ ਬਿਨਾ ਖਾਲੀ ਸਾਰੇ। ਧਰਮ ਉਹੀ ਹੈ ਜੇ ਭਗਤੀ ਕੀਤੀ ਜਾਵੇ, ਨਹੀਂ ਧਰਮ ਕਾਹਦਾ ਹੈ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੀਨ। ਸਾਰੇ ਸਤ ਜੀ ਪਰਮੇਸ਼ਰ ਤੋਂ ਵਿਛੜ ਗਏ। ਕਰੇ ਸ਼ਾਸਤਰਨ ਵਿਪਰ ਕੁਬਾਦਾ, ਜਿਹੜੇ ਸਤ ਸੰਗਤ ਜੀ ਵਿਦਵਾਨ ਸੀ ਉਹ ਸ਼ਾਸਤਰ ਤੋਂ ਪੜ੍ਹ ਕੇ ਲੇਕਿਨ ਚਰਚਾ ਕਰਨ ਲੱਗੇ। ਕਹਿੰਦੇ ਹਜ਼ਾਰ ਹਜ਼ਾਰ ਇਨਾਮ ਲਵਾਂਗੇ ਚਰਚਾ ਜਿੱਤਣ ਦਾ। ਭਗਤੀ ਦਾ ਕੀ ਕਰਨੀ ਸੀ, ਉਲਟਾ ਲੜਨ ਲੱਗ ਗਏ। ਬਹੁਤ ਪਰਸਪਰ ਵਧਤ ਬਖਾਦਾ, ਬਹੁਤ ਹੀ ਝਗੜੇ ਵੱਧ ਗਏ। ਮੂੰਡ ਮਡਾਵੇਂ ਹੋਏ ਸੰਨਿਆਸੀ, ਸਿਰ ਮਨਾ ਲੈਂਦੇ ਆ, ਕਹਿੰਦੇ ਮੂੰਡ ਮੁੰਡਾਏ ਭਏ ਸੰਨਿਆਸੀ। ਨਾਰ ਮਰੇ ਘਰ ਸੰਪਤ ਨਾਸੀ, ਘਰ ਦੀ ਭੂਤੀ ਨਾਸ ਹੋ ਜਾਣੀ, ਕੁਛ ਰਹਿਣਾ ਨਾ। ਘਰ ਵਾਲੀ ਚੜਾਈ ਕਰ ਜਾਣੀ, ਕਹਿੰਦੇ ਹੁਣ ਨਹੀਂ ਕੋਈ ਆਸਰਾ, ਚਲੋ ਸਾਧਾਂ ਨਾਲ ਰਲ ਜਾਂਦੇ ਆ। ਇਹੋ ਜਿਹੇ ਹੋ ਗਏ। ਦਰਬ ਨਾਰ ਮੈਂ ਰਿਦਾ ਦਰਾਸੀ, ਮਗਰੋਂ ਸਾਧ ਬਣ ਕੇ ਵੀ ਸਤ ਦੀ ਬਿਰਤੀ ਸੁਧ ਨਾ ਰਹੀ। ਧਨ ਵਿੱਚ ਵੀ ਬਿਰਤੀ ਰਹੀ, ਇਸਤਰੀਆਂ ਵੱਲ ਵੀ ਰਹੀ। ਪਏ ਅਤੀਤ ਕਹਾਏ ਬੈਰਾਗੀ, ਉਤੋਂ ਬਰਕਤ ਖਵਾਉਂਦੇ ਆ ਬਰਾਗੀ ਆਪਣੇ ਆਪ ਨੂੰ। ਗ੍ਰਸਤੀ ਤੇ ਵਦ ਮਨ ਦੌ ਲਾਂਗੀ, ਨਾਲੇ ਤਾਂ ਬਰਕਤ ਨੇ, ਨਾਲੇ ਬਰਾਗ ਧਾਰਿਆ। ਕਹਿੰਦੇ ਅਸੀਂ ਬਰਾਗੀ ਸਾਧੂ ਹੁੰਨੇ ਆ, ਪਰ ਅੰਦਰ ਡੌ ਅਗਨੀ ਤ੍ਰਿਸ਼ਨਾ ਦੀ ਗ੍ਰਸਤੀ ਨਾਲੋਂ ਵੀ ਜ਼ਿਆਦਾ ਲੱਗੀ ਹੋਈ ਹੈ। ਗ੍ਰਸਤੀ ਦੇ ਜੇ ਸਤ ਸੰਗਤ ਜੀ 100 ਪੱਲੇ ਹੋਵੇਗਾ, ਉਸੇ 'ਚ ਹੀ ਸਬਰ ਕਰ ਲੂ। ਉਹਨੇ 10 ਨਿਆਣੇ ਪਾਲਣੇ ਆ, ਉਹ ਅਗਰਾਹੀ ਕਰਦਾ ਰੱਜਦਾ ਹੀ ਨਹੀਂ ਹੈ। ਇੰਨੀ ਸਾਧਾਂ ਨੂੰ ਵੀ ਸਤ ਦੀ ਤ੍ਰਿਸ਼ਨਾ ਲੱਗ ਗਈ। ਪੰਡਤ ਪਹਿਰੂਆ ਕਰੇ ਸਤੇਈ, ਫੇਰ ਰਹਿ ਗਏ ਪੰਡਤ। ਆਪਾਂ ਕਹਿੰਦੇ ਬਾਹਮਣ ਗੁਰੂ ਹੈ ਜਗਤ ਕਾ। ਇਹ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ ਸਤ ਸੰਗਤ ਜੀ ਇਹ ਦੱਸ ਆਪਾਂ ਵਿਚਾਰ ਰਹੇ ਹਾਂ। ਕਿਉਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ? ਜੇ ਕੋਈ ਆਪਾਂ ਨੂੰ ਕੱਲ ਨੂੰ ਪੁੱਛੇ ਕੀ ਪਹਿਲਾਂ ਉਪਦੇਸ਼ ਨਹੀਂ ਸੀ? ਕੀ ਲੋਕ ਸਿਮਰਨ ਨਹੀਂ ਸੀ ਕਰਦੇ? ਕੀ ਲੋੜ ਸੀ ਅਵਤਾਰ ਧਾਰਨ ਦੀ? ਸੋ ਜਿੰਨੇ ਸਤ ਸੰਗੀ ਪੰਡਤ ਪਹਿਰੇਦਾਰ ਆਪਣੇ ਆਪ ਨੂੰ ਖਵਾਉਂਦੇ ਸੀ, ਇਹ ਵੀ ਚੋਰੀ ਕਰਨ ਲੱਗ ਗਏ। ਰਖਵਾਰੀ ਕੋ ਸਦਨ ਕਰੇ, ਦੱਸੋ ਭਾਈ ਗ੍ਰਸਤੀਆਂ ਦੇ ਲੋਕਾਂ ਦੀ ਘਰ ਦੀ ਰਾਖੀ ਕੌਣ ਕਰੂ? ਬ੍ਰਾਹਮਣ ਨੂੰ ਗੁਰੂ ਮੰਨਿਆ ਕਰਦੇ। ਬੜੇ ਪ੍ਰਸੰਗ ਆਉਂਦੇ ਐ, ਬਾਹਮਣੀ ਨੂੰ ਪੁੱਛ ਲੈਣਾ ਜਜਮਾਨਾਂ ਦੇ ਕੁੜੀ ਦਾ ਫੇਰੇ ਹੋਣੇ ਨੇ, ਦੱਸ ਕਾਹਦੀ ਘਾਟ ਹੈ? ਜਿਹੜੀ ਕੋਈ ਚੀਜ਼ ਘਾਟ ਹੋਣੀ ਬਾਹਮਣੀ ਨੇ ਦੱਸ ਦੇਣੀ। ਜੱਟ ਨੇ ਵਿਚਾਰੇ ਨੇ ਆਉਣਾ ਵੀ ਜੀ ਮੇਰੀ ਲੜਕੀ ਦਾ ਵਿਆਹ, ਪਰ ਉਹ ਦਾਦਾ ਜੀ ਕੋਈ ਗ੍ਰਹਿ ਤਾਂ ਨਹੀਂ ਉਲਟ? ਹਾਂ ਕਹਿੰਦੇ ਗ੍ਰਹਿ ਤਾਂ ਉਲਟ ਹੈ। ਮੂਹਰੇ ਸਿਆਲ ਆਉਂਦਾ ਸੀ, ਰੂਹ ਚਾਹੀਦੀ ਸੀ ਰਜਾਈਆਂ ਭਰਾਉਣੀਆਂ। ਕਹਿੰਦਾ ਕਪਾਹੂ ਦੇਵਤੇ ਦੀ ਕਰੋਪੀ ਹੈ। ਕਹਿੰਦਾ ਫੇਰ ਕਹਿੰਦਾ ਬੇਦੀ ਦੇ ਆਲੇ ਦੁਆਲੇ 4 ਪੰਡਾਂ ਕਪਾਹ ਦੀਆਂ ਰੱਖਦੀ ਜੱਟਾ, ਫਿਰ ਕੋਈ ਵਿਘਨ ਨਹੀਂ ਪੈਂਦਾ। ਜਦ ਜੰਨ ਆਈ, ਉਹ ਜੰਨ ਦੇ ਨਾਲ ਵੀ ਮੁੰਡੇ ਵਾਲਿਆਂ ਦਾ ਵੀ ਪ੍ਰੋਥ ਹੁੰਦਾ। ਉਹ ਹੈਰਾਨ ਹੋ ਗਿਆ ਵੀ ਅੱਗੇ ਬਦੇ ਫੇਰੇ ਹੁੰਦੇ ਦੇਖੇ, ਬਈ ਕਪਾਹ ਦੀਆਂ ਪੰਡਾਂ ਨਹੀਂ ਸੀ ਦੇਖੀਆਂ। ਉਹ ਆ ਕੇ ਆਪਣੀ ਭਾਸ਼ਾ 'ਚ ਕਹਿੰਦਾ ਅਸਚਰਜ ਵਿਆਹੰ ਚਤਰਫ ਕਪਾਹੰ। ਕਹਿੰਦਾ ਬੜਾ ਅਸਚਰਜ ਵਿਆਹ ਹੈ, 4 ਚਪੇਰੇ ਕਪਾਹ ਦੇ ਢੇਰ ਲੱਗੇ ਪਏ ਐ। ਉਹਨੇ ਸੋਚਿਆ ਵੀ ਹੈ ਤਾਂ ਇਹ ਮੁੰਡੇ ਵਾਲਿਆਂ ਦਾ ਪ੍ਰੋਤ। ਉਹ ਕੁੜੀ ਵਾਲਾ ਸੋਚਿਆ ਵੀ ਪਾਜ ਨਾ ਖੁੱਲ ਜੇ। ਕਹਿੰਦਾ ਚੁੱਪ ਗੁਡੁੱਪੰ ਮਗਦੁੰ ਲੁੱਟੰ ਅਰਧੋ ਅਰਧ ਸੁਆਹਾ। ਕਹਿੰਦਾ ਚੁੱਪ ਕਰ ਜੱਟ ਮੂਰਖਾਂ ਨੂੰ ਲੁੱਟ ਲਈਏ। ਅੱਜ ਪੂਰੇ ਠੰਡ ਆਉਂਦੀ ਆ, ਰਜਾਈਆਂ ਭਰਨੀਆਂ ਕਿੱਥੋਂ ਰੂਹ ਲਿਆਉਣੀਆਂ? ਐ ਜਿਹੜੇ ਪੰਡਤ ਲੋਕ ਸੀ ਸਤ ਸੰਗਤ ਜੀ, ਹੋਰ ਵੀ ਮੁਸਲਮਾਨਾਂ ਦੇ ਕਾਜੀ, ਉਹ ਵੀ ਕਹਿੰਦੇ ਸੀ ਲਾਲ ਕਿਤਾਬ ਬਖਾਨਾ ਇਉਂ, ਤੇਲੀ ਬਲਦ ਪੜ੍ਹਾਇਆ ਕਿਉਂ, ਖਲ ਖਵਾਏ ਕੀਆ ਮਸਟੰਡ, ਬੈਲ ਕਾ ਬੈਲ 50 ਰੁਪਏ ਡੰਡ। ਨਾਲੇ ਅਗਲੇ ਦਾ ਸਤ ਸੰਗਤ ਜੀ ਪੱਖ ਪੂਰ ਜਾਣਾ, ਲਾਲ ਕਿਤਾਬ ਕੱਢ ਕੇ ਬਹਿ ਜਾਣਾ। ਬ੍ਰਾਹਮਣਾਂ ਨੇ ਸਤ ਦੀ ਪੱਤਰੀ ਕੱਢ ਕੇ ਬਹਿ ਜਾਣਾ। ਭਾਵ ਕਿ ਜਿਹੜੇ ਧਰਮ ਦੇ ਆਗੂ ਸੀ ਉਹ ਵੀ ਖਾਲਸਾ ਜੀ ਵੱਢੀ ਲੈਣ ਲੱਗ ਗਏ ਔਰ ਲੋਕਾਂ ਨੂੰ ਧੋਖਾ ਦੇਣ ਲੱਗ ਗਏ। ਹੁਤੀ ਬਾਰ ਰਖਬਾਰ ਇਨਰੇ ਪਾਲਾ। ਫਿਰ ਦੂਜੇ ਪਾਸੇ ਭਾਈ ਰਾਜੇ ਬਾੜ ਹੁੰਦੇ ਨੇ, ਜਿਵੇਂ ਖੇਤੀ ਦੀ ਬਾੜ ਹੈ ਨਾ ਰੱਖਿਆ ਕਰਦੀ, ਐ ਪਰਜਾ ਦੀ ਰਾਜੇ ਰੱਖਿਆ ਕਰਦੇ। ਪਰਜਾ ਖੇਤ ਕੋ ਖਾਤ ਕਢਾਲਾ। ਜਿਵੇਂ ਬਾੜ ਹੀ ਖਾਣ ਲੱਗ ਜਾਵੇ ਖੇਤ ਨੂੰ, ਭਾਈ ਖੇਤ ਨੂੰ ਕੌਣ ਬਚਾਊਗਾ ਫਸਲ ਨੂੰ? ਇਸ ਤਰ੍ਹਾਂ ਰਾਜੇ ਟੈਕਸ ਲਾਉਣ ਲੱਗ ਗਏ। ਦੋਹਰਾ
ਭਇਓ ਭਾਰ ਧਰ ਪਰ ਅਦਕ। ਇੰਨਾ ਸਤ ਸੰਗਤ ਜੀ ਜ਼ੁਲਮ ਹੋਣ ਤੇ ਦੁੱਖ ਕਿਹਨੂੰ ਹੋਇਆ? ਫਿਰ ਤੜਫਿਆ ਕੌਣ? ਤੜਫੀ ਸਤ ਸੰਗੀ ਧਰਤੀ, ਜਿਹਦੇ ਉੱਤੇ ਏਡਾ ਵੱਡਾ ਜ਼ੁਲਮ ਹੋ ਰਿਹਾ ਸੀ। ਗੁਰਬਾਣੀ 'ਚ ਵੀ ਆਉਂਦਾ ਹੈ, ਕਲਮਲ ਹੋਈ ਮੇਦ ਨਹੀਂ ਅਰਦਾਸ ਕਰੇ ਨਿਵਲਾ। ਜਦੋਂ ਪਾਪ ਰੂਪ ਹੋ ਗਈ ਸਤ ਸੰਗੀ ਥਾਰੀ ਧਰਤੀ, ਬਿਰਤੀ ਜੋੜ ਕੇ ਅਰਦਾਸਾਂ ਕਰਨ ਲੱਗੀ, ਹੇ ਮਹਾਰਾਜ ਬਖਸ਼ ਲਓ, ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ ਭਾਰ। ਕਲਯੁਗ ਦਾ ਸਮਾਂ, ਧਰਮ ਦੇ 4 ਪੈਰ ਨੇ, ਉਹਨਾਂ ਦੇ ਆਸਰੇ ਮੈਂ ਖੜਦੀ ਹਾਂ। ਅੱਜ 4 ਪੈਰਾਂ ਚੋਂ ਇੱਕੋ ਹੀ ਪੈਰ ਰਹਿ ਗਿਆ ਮਸਾਂ, ਇੱਕ ਪੈਰ ਤੇ ਖੜਨਾ ਬੜਾ ਔਖਾ। ਸਤਜੁਗ ਦੇ ਅੰਦਰ 4 ਪੈਰ ਸੀ, ਅੱਗੇ ਦੱਸਣਗੇ। ਸੋ ਉਸ ਵੇਲੇ ਧਰਤੀ ਬਹੁਤ ਦੁਖੀ ਹੋਈ। ਧਰਮ ਧਰਤ ਨੇ ਧੀਰ। ਧਰਮ ਜਿਹਦੇ ਆਸਰੇ ਧਰਤੀ ਖੜੀ ਆ ਖਾਲਸਾ ਜੀ, ਕਹਿੰਦੇ ਜੀ ਧਰਤੀ ਕਿਹਦੀ ਚੱਕੀ ਹੋਈ ਆ? ਸਿੱਧਾ ਨੇ ਪੁੱਛਿਆ, ਕਹਿੰਦਾ ਜੀ ਬੈਲ ਦੀ ਚੱਕੀ ਹੈ। ਮਹਾਰਾਜ ਕਹਿੰਦੇ ਬੈਲ ਕਿਹਦੇ ਤੇ ਖੜਾ? ਕਹਿੰਦੇ ਜੀ ਧਰਤੀ ਤੇ। ਕਹਿੰਦੇ ਫਿਰ ਉਹ ਧਰਤੀ ਕਿਹਦੀ ਚੱਕੀ? ਕਹਿੰਦੇ ਉਹ ਬੈਲ ਹੋਰ ਤੇ। ਕਹਿੰਦੇ ਫਿਰ ਕੋਈ ਟਿਕਾਣਾ? ਕਹਿੰਦੇ ਧਰਤੀ ਹੋਰ ਪਰੇ ਹੋਰ ਹੋਰ। ਕਹਿੰਦੇ ਜੀ ਵੇ ਤੁਸੀਂ ਦੱਸੋ ਧਰਤੀ ਕਿਹਦੇ ਆਸਰੇ ਖੜੀ ਹੈ? ਮਹਾਰਾਜ ਕਹਿੰਦੇ ਭਾਈ ਅਸੀਂ ਵੀ ਕਹਿੰਦੇ ਆ ਬੈਲ ਦੇ। ਕਹਿੰਦੇ ਮਹਾਰਾਜ ਫਿਰ ਤੁਹਾਡਾ ਬੈਲ ਕਿਹਾ ਜਿਹਾ? ਕਹਿੰਦੇ ਸਾਡਾ ਬੈਲ ਤਾਂ ਭਾਈ ਧਰਮ ਹੈ। ਧੌਲ ਧਰਮ ਦਇਆ ਕਾ ਪੂਤ। ਧੌਲ ਨਾ ਬੈਲ ਦਾ ਹੈ, ਧਰਮ ਹੀ ਬੈਲ ਹੈ, ਧਰਮ ਦੇ ਆਸਰੇ ਖੜੀ ਹੈ। ਕਹਿੰਦੇ ਜੀ ਫਿਰ ਸਾਡਾ ਬੌਲਦ ਤਾਂ ਜੰਮਿਆ ਗਊ ਨੂੰ, ਤੁਹਾਡਾ ਧਰਮ ਬੌਲਦ ਕਿਹਨੂੰ ਜੰਮਿਆ? ਮਾਰੇ ਕਹਿੰਦੇ ਦਇਆ ਨੂੰ ਜੰਮਿਆ। ਦਇਆ ਕਾ ਪੂਤ, ਦਇਆ ਤੋਂ ਧਰਮ ਪੈਦਾ ਹੁੰਦਾ ਖਾਲਸਾ ਜੀ। ਕਹਿੰਦੇ ਜੀ ਫਿਰ ਅਸੀਂ ਤਾਂ ਬੈਲ ਨੂੰ ਚਾਰਾ ਚ ਪਾਉਨੇ ਆ, ਤੁਹਾਡਾ ਬੈਲ ਕੀ ਖਾਂਦਾ? ਮਾਰੇ ਕਹਿੰਦੇ ਸੰਤੋਖ ਥਾਪ ਰੱਖਿਆ ਜਨ ਸੂਤ। ਇਹ ਸੰਤੋਖ ਹੀ ਚਾਹੁੰਦਾ, ਸੰਤੋਖ ਤੋਂ ਬਿਨਾਂ ਕਿਸੇ ਨੂੰ ਤ੍ਰਿਪਤੀ ਨਹੀਂ ਹੈ। ਜਿੰਨਾ ਮਰਜੀ ਕਿਸੇ ਨੂੰ ਪਦਾਰਥ ਦੇ ਦਿਓ, ਹਾਰ ਕੇ ਖਿੱਚ ਕੇ ਕਹਾਂਗੇ ਹੁਣ ਸੰਤੋਖ ਕਰ ਲੈ। ਸੰਤੋਖ ਤੋਂ ਬਿਨਾਂ ਕਦੇ ਸ਼ਾਂਤੀ ਨਹੀਂ ਅੰਦਰ। ਇਉਂ ਸਿੱਧਾ ਨਾਲ ਚਰਚਾ ਕਰਦੇ ਹਾਂ ਵੀ ਸਤ ਸੰਗਤ ਜੀ ਆਪ ਜੀ ਨੇ ਧਰਮ ਬਾਰੇ ਦੱਸਿਆ ਹੈ। ਸੋ ਇੱਥੇ ਦੱਸਦੇ ਹਨ ਧਰਮ ਵੀ ਕੰਬਣ ਲੱਗ ਗਿਆ, ਜਿਹਦੇ ਆਸਰੇ ਧਰਤੀ ਨੇ ਰਹਿਣਾ ਸੀ, ਔਰ ਧਰਤੀ ਜਿਹਦੇ ਤੇ ਜ਼ੁਲਮ ਹੁੰਦੇ ਸੀ ਉਹ ਵੀ ਕੰਬਣ ਲੱਗ ਗਈ। ਭਾਉ ਭਗਤ ਨੇ ਜਗਤ ਮੇਂ, ਪ੍ਰੇਮਾ ਭਗਤੀ ਨਾਲ ਸੰਸਾਰ ਚ ਰਹੀ। ਬੇਕੁਲ ਭਈ ਭੈ ਪੀਰ। ਬਹੁਤ ਹੀ ਭੈ ਦੇ ਸਹਿਤ ਸਤ ਸੰਗਤ ਜੀ ਘਬਰਾ ਗਈ, ਕੰਬਣ ਲੱਗ ਗਈ ਧਰਤੀ। ਚੌਪਈ ਇੰਕਾਰ ਅਰਾਧਨ ਕੀਨਾ। ਉਸ ਵੇਲੇ ਇੱਕ ਓਂਕਾਰ ਅਰਾਧਨ ਕੀਨਾ। ਧਰਤੀ ਨੇ ਭਾਈ ਸਾਡੇ ਨਾਲ ਤਾਂ ਧਰਤੀ ਚੰਗੀ ਹੈ ਜਿਹੜੀ ਦੇਵਤਿਆਂ ਨੂੰ ਛੱਡ ਕੇ ਵਾਹਿਗੁਰੂ ਨੂੰ ਆਰਾਧਦੀ ਹੈ। ਅਸੀਂ ਤਾਂ ਕੋਈ ਹੰਨੇ ਦੀ, ਕੋਈ ਵੱਡੇ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਵਰ ਦਾ ਇੱਧਰ ਉੱਧਰ ਪੂਜੀ ਜਾਂਦੇ ਹਾਂ। ਧਰਤੀ ਨੇ ਖਾਲਸਾ ਜੀ ਵਾਹਿਗੁਰੂ ਨੂੰ ਆਰਾਧਿਆ। ਪੰਤ ਬੇਨਤੀ ਪਈ ਅਧੀਨ। ਬੜੀ ਅਧੀਨਗੀ ਦੇ ਸਹਿਤ ਬੇਨਤੀ ਕਰਦੀ ਪਈ। ਪਰਮੇਸ਼ਰ ਪਰ ਪੁਰਖ ਪੁਰਾਤਨ। ਹੇ ਪ੍ਰਾਤਨ ਸਨਾਤਨ ਸਰੂਪ ਪਰਮ ਪਰਮੇਸ਼ਰ ਵਾਹਿਗੁਰੂ। ਪਰਮ ਪਰਾਵਰ ਨਾਥ ਸਨਾਤਨ। ਵੱਡੇ ਵੱਡੇ ਦੇਵਤਿਆਂ ਦੇ ਤੁਸੀਂ ਸੁਆਮੀ ਹੋ, ਪ੍ਰਾਤਨ ਰੂਪ ਹੋ। ਦੀਨ ਬੰਦ ਪ੍ਰਭ ਦੀਨ ਦਿਆਲਾ। ਗਰੀਬਾਂ ਤੇ ਦਿਆਲਤਾ ਕਰਨ ਵਾਲੇ, ਗਰੀਬਾਂ ਦੇ ਸੰਬੰਧੀ ਹੋ ਤੁਸੀਂ। ਦੀਨਾਨਾਥ ਪ੍ਰੋਕ ਪ੍ਰਤਪਾਲਾ। ਹੇ ਗਰੀਬਾਂ ਦੇ ਸੁਆਮੀ, ਪਾਲਾ ਪਾਲਣਾ ਸਭ ਦੀ ਕਰਦੇ ਹੋ, ਪਰ ਦਿਸਦੇ ਹੈ ਹੀ ਨਹੀਂ। ਪਾਲਦੇ ਸਭ ਨੂੰ ਹੋ, ਲੇਕਿਨ ਦਿਸਦੇ ਦ੍ਰਿਸ਼ਟੀ ਚ ਨਹੀਂ ਆਉਂਦੇ। ਅਜਰ ਅਵਰ ਅਣਵਦ ਅਪੇਖਾ। ਆਪ ਭੇਖਾਂ ਤੋਂ ਰਹਿਤ ਹੋ, ਅਜਰ ਵਡੇਪੇ ਤੋਂ ਰਹਿਤ ਹੋ, ਮਿਰਤੂ ਤੋਂ ਰਹਿਤ ਹੋ। ਅਬੇ ਨਿਰੰਜਨ ਅਲਖ ਅਲੇਖਾ। ਭੈ ਤੋਂ ਰਹਿਤ ਹੋ, ਮਾਇਆ ਕਾਲਕ ਤੋਂ ਸੁੱਧ ਹੋ, ਲੇਖਾ ਨਹੀਂ ਤੁਹਾਡਾ ਕੋਈ ਕਰ ਸਕਦਾ। ਕਲਮਲ ਕਲ ਕੇ ਕਾਲ ਵਿਥਾਰਾ। ਤੁਸੀਂ ਹੈ ਨਿਰੰਕਾਰ, ਤੂੰ ਐਸਾ ਹੈ, ਤੇਰਾ ਸਰੂਪ। ਮੇਰੀ ਬੇਨਤੀ ਆ ਧਰਤੀ ਕਹਿੰਦੀ, ਕਲਯੁਗ ਦਾ ਸਮਾਂ ਆ ਗਿਆ, ਇਸ ਨੇ ਥਾਂ ਥਾਂ ਪਾਪ ਫੈਲਾ ਦਿੱਤੇ। ਅਬੇ ਭਾਰ ਨੇ ਜਾਏ ਸੰਭਾਰਾ। ਮੈਂ ਕੀ ਕਰਾਂ, ਮੇਰੇ ਕੋਲੋਂ ਭਾਰ ਨਹੀਂ ਸਹਾਰਿਆ ਜਾਂਦਾ ਪਾਪਾਂ ਦਾ। ਅਤ ਦੁਸ਼ਤਰ ਦੁਖ ਵੇਲਾ ਭਇਓ। ਮੈਨੂੰ ਬੜਾ ਭਾਰੀ ਕਸ਼ਟ ਦਾ ਸਮਾਂ ਆ ਗਿਆ, ਮੇਰੇ ਤੇ ਦੁੱਖ। ਬਿਨ ਅਵਲੰਬ ਜਾਤ ਨੇ ਰਹਿਓ। ਮੈਂ ਕਿਹਦੇ ਆਸਰੇ ਠਹਿਰਾਂ, ਮੈਂ ਗਰਕ ਹੁੰਦੀ ਜਾਂਦੀਆਂ ਪਾਪਾਂ ਦੇ ਭਾਰ ਨਾਲ। ਦੋਹਰਾ ਸਤਜੁਗ ਮੈਂ ਚਾਰੋ ਚਰਨ। ਸਤਜੁਗ ਦੇ ਵਿੱਚ ਧਰਮ ਦੇ 4 ਪੈਰ ਸੀ, ਸਤ, ਤਪ, ਜਗ,
ਦਾਨ। ਤ੍ਰੇਤੇ ਤੀਨ ਰਹਾਏ, ਤ੍ਰੇਤੇ ਵਿੱਚ 3 ਰਹਿ ਗਏ, 7 ਚੱਕਿਆ ਗਿਆ। ਦੁਆਪਰ ਮੈਂ ਦੂ ਰਹੇ, ਦੁਆਪਰ ਚ ਤਪ ਚੱਕਿਆ 7 ਤੇ ਤਪ ਦੋਨੋਂ ਚੱਕੇ ਗਏ। ਦੁਆਪਰ ਪੂਜਾ 4, ਜੱਗ ਕਰਦੇ ਲੋਕ, ਜੱਗ ਤੇ ਦਾਨ ਰਹਿ ਗਏ। ਦੁਆਪਰ ਕਲ ਇੱਕ ਚਰਨ ਟਿਕਾਏ, ਕਲਯੁਗ ਦੇ ਵਿੱਚ ਭਾਈ ਦਾਨ ਰਹਿ ਗਿਆ। ਉਹ ਵੀ ਜੇ ਹੁੰਦਾ ਤਾਂ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸੋ ਸਤ ਸੰਗਤ ਜੀ, ਨਹੀਂ ਤਾਂ ਜੱਗ ਆਦਿਕ ਵੀ ਅੱਗੇ ਹੀ ਗਰੀਬ ਨੇ ਲੋਕ ਕੀ ਪੁੰਨ ਦਾਨ ਕਰ ਲੈਣਗੇ। ਜਿਹੜਾ ਦਾਨ ਹੈ ਉਹ ਵੀ ਹੰਗਤਾ ਦੇ ਸਹਿਤ ਲੋਕ ਕਰਦੇ। ਦਾਨ ਵੀ ਜੁਗਤੀ ਦੇ ਨਾਲ ਨਹੀਂ ਕਰਦੇ, ਧਰਮ ਦੀ ਕਿਰਤ ਕਰਕੇ ਨਹੀਂ ਕਰਦੇ। ਬੇਈਮਾਨੀ ਦੀ ਸਤਸੰਗ ਦੀ ਕਿਰਤ ਦਾ ਦਾਨ ਵੀ ਕਾਹਦਾ ਹੈ। ਸੋ ਕਹਿਣ ਲੱਗੀ ਇੱਕੋ ਹੀ ਇਸ ਵੇਲੇ ਮੇਰਾ ਧਰਮ ਦਾ ਪੈਰ ਹੈ। ਚੌਪਈ ਕਲਮਲ ਮੈਂ ਆਇਓ ਕਲ ਕਾਲਾ, ਐਨ ਪਾਪ ਦਾ ਭਰਿਆ ਹੋਇਆ ਸਮਾਂ ਕਲਯੁਗ ਦਾ ਆ ਗਿਆ। ਪਇਓ ਸੋ ਜਾਂਤੇ ਭਾਰ ਬਸਾਲਾ, ਬੜਾ ਭਾਰੀ ਪਾਪ ਹੋ ਗਿਆ। ਭਾਈ ਗੁਰਦਾਸ ਦੀ ਬਾਣੀ ਵਿੱਚ ਵੀ ਆਉਂਦਾ, ਧਰਤੀ ਕਹਿੰਦੀ ਨਾ ਤਿਸ ਭਾਰੇ ਪਰਬਤਾਂ ਆਕਾਸ਼ ਖਹੰਦੇ। ਐਡੀਆਂ ਉੱਚੀਆਂ ਚੋਟੀਆਂ ਪਹਾੜਾਂ ਦੀਆਂ ਆਕਾਸ਼ ਨੂੰ ਖਹਿੰਦੀਆਂ, ਮੈਨੂੰ ਪਹਾੜ ਭਾਰੇ ਹੀ ਨਹੀਂ ਕਦੇ ਲੱਗੇ। ਪੌਣ ਭਾਰੇ ਲੱਗਦੇ ਅਕਿਰਤ ਘਣ ਜਿਹੜੇ ਬੰਦੇ ਨੇ ਉਹ ਮੇਰੇ ਕੋਲੋਂ ਸਹਾਰੇ ਇੱਕ ਨਹੀਂ ਜਾਂਦਾ। ਜਿੱਥੇ ਨਿਰਈ ਅਕਿਰਤ ਘਣ ਬਣ ਜਾਣ ਧਰਤੀ ਦੀ ਕੀ ਹਾਲਤ ਹੋਵੇਗੀ। ਏਕ ਚਰਨ ਤੇ ਟਿਕਾ ਨ ਜਾਈ, ਇਸ ਵੇਲੇ ਇੱਕ ਦਾਨ ਦਾ ਚਰਨ ਰਹਿ ਗਿਆ, ਉੱਤੇ ਟਿਕਿਆ ਨਹੀਂ ਜਾਂਦਾ। ਹੈ ਵਾਹਿਗੁਰੂ, ਬਿਨ ਅਵਲੰਬਨਾ ਥਿਰਤਾ ਪਾਈ, ਮੈਂ ਟਿਕ ਨਹੀਂ ਸਕਦੀ ਤੇਰੇ ਆਸਰੇ ਤੋਂ ਬਿਨਾ। ਇਨਕਾਰ ਬਿਨੈ ਸੁਨ ਲੀਜੈ, ਹੈ ਵਾਹਿਗੁਰੂ ਏਕ ਓੰਕਾਰ ਅਕਾਲ ਪੁਰਖ ਅੰਤਰਜਾਮੀ, ਮੇਰੀ ਬੇਨਤੀ ਸੁਣ ਲੈ। ਠਰ ਹੋਵ ਕੋ ਅਵਲੰਬ ਦੀਜੈ, ਮੈਨੂੰ ਠਹਿਰਨ ਵਾਸਤੇ ਆਸਰਾ ਦੇ। ਜੋਤੀ ਰੂਪ ਅਤਾਰੀ ਬਾਨੀ, ਆਤਰੀ ਬਾਣੀ ਖਾਲਸਾ ਜੀ। ਜੋਤੀ ਸਰੂਪ ਵਾਹਿਗੁਰੂ ਨੇ ਦੁੱਖ ਭਰੀ ਆਵਾਜ਼ ਜਦੋਂ ਧਰਤੀ ਦੀ ਸੁਣੀ। ਸੁਣਤ ਵਿਚਾਰ ਕੀਨ ਸੁਖਦਾਨੀ, ਸੁਖਾਂ ਦੇ ਦਾਤੇ ਵਾਹਿਗੁਰੂ ਸੁਣੀ ਪੁਕਾਰ ਦੁਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਆਪਣਾ ਸਰੂਪ ਗੁਰੂ ਨਾਨਕ ਰੂਪ ਧਾਰ ਕੇ ਮਾਤ ਲੋਕ ਚ ਭੇਜ ਦਿੱਤਾ। ਇਸ ਕਾਰਜ ਕੋ ਬਹੁਤ ਪਠਾਏ, ਵਾਹਿਗੁਰੂ ਨੇ ਕੀ ਸਤ ਸੰਗੀ ਸੋਚਿਆ ਕਿ ਪਰਉਪਕਾਰ ਵਾਸਤੇ, ਧਰਮ ਦੀ ਬਿਰਧੀ ਵਾਸਤੇ, ਪਾਪਾਂ ਨੂੰ ਘਟਾਉਣ ਵਾਸਤੇ ਬਹੁਤ ਭੇਜੇ ਨੇ। ਮੁਹੰਮਦ ਭੇਜਿਆ, ਦੱਤਾਤਰੇ ਭੇਜਿਆ, ਰਾਮਾਨੰਦ ਬਰਾਗੀ ਭੇਜਿਆ। ਜੇ ਭਏ ਪਹਿਲ ਅਵਤਾਰਾ, ਆਪ ਤਨ ਜਾਪ ਉਚਾਰਾ। 10ਵੇਂ ਪਾਤਸ਼ਾਹ ਨੇ ਕਿਹਾ ਜਿੰਨੇ ਪਹਿਲਾਂ ਅਵਤਾਰ ਹੋਏ ਉਹਨਾਂ ਨੇ ਆਪੋ ਆਪਣਾ ਨਾਮ ਜਪਾਇਆ, ਆਪੋ ਆਪਣੇ ਭੇਖ ਬਣਾ ਕੇ ਬਹਿ ਗਏ। ਸੰਨਿਆਸੀ ਸ਼ਾਸਤਰੀ ਦੱਤਾਤਰੇ ਨੂੰ ਪੂਜੀ ਜਾਂਦੇ ਆ, ਇਸੇ ਤਰ੍ਹਾਂ ਵਿਰਾਗੀ ਨੇ ਰਾਮਾਨੰਦ ਨੂੰ ਪੂਜੀ ਜਾਂਦੇ ਨੇ। ਕੋਈ ਸਤਸੰਗੀ ਸੀਤਾ ਰਾਮ ਦਾ ਜਾਪ ਜਪਦਾ, ਕੋਈ ਰਾਧੇ ਰਵਣ ਘਰ ਵਾਲੀ ਦਾ ਨਾਂ ਪਹਿਲਾਂ, ਪਤੀ ਦਾ ਮਗਰੋਂ। ਕਦੇ ਸਤ ਸੰਗਤ ਜੀ ਆਪਾਂ ਇੱਥੇ ਜਪਿਆ ਵੀ ਗੁਰੂ ਨਾਨਕ ਮਾਤਾ ਤ੍ਰਿਪਤਾ ਦਾ, ਮਾਤਾ ਸੁਲੱਖਣੀ ਦਾ। ਅੱਧਿਆਂ ਨੂੰ ਤਾਂ ਆਪਾਂ ਨੂੰ ਮਾਤਾ ਸੁਲੱਖਣੀ ਦਾ ਨਾਂ ਹੀ ਨਹੀਂ ਪਤਾ, ਗੁਰੂ ਨਾਨਕ ਦੇਵ ਜੀ ਦੇ ਮਹਿਲ ਕਿਹੜੇ ਸੀ। ਇਹੀ ਭਾਈ ਇਹ ਸਿਫਤਾਂ ਨੇ ਗੁਰੂ ਨਾਨਕ ਦੇਵ ਦੇ ਘਰ ਵਿੱਚ। ਸੱਚੇ ਪਾਤਸ਼ਾਹ ਨੇ ਆਪਣਾ ਨਾਮ ਨਹੀਂ ਜਪਾਇਆ, ਵਾਹਿਗੁਰੂ ਦਾ ਨਾਮ ਜਪਾਇਆ। ਭਾਵੇਂ ਆਪ ਵਾਹਿਗੁਰੂ ਰੂਪ ਹਨ, ਪਰਮੇਸ਼ਰ ਰੂਪ। ਸਿੱਖਾਂ ਨੂੰ ਵੀ ਉਪਦੇਸ਼ ਦੇ ਕੇ ਪਰਮੇਸ਼ਰ ਚ ਮੇਲਣ ਵਾਲੇ ਨੇ। ਪਰ ਕਲਯੁਗ ਦੇ ਸਮੇਂ 'ਚ ਜੈਸਾ ਸਤ ਸੰਜੀ ਗੁਰੂ ਸਾਹਿਬ ਦਾ ਪਰਉਪਕਾਰ ਹੈ, ਇੰਨਾ ਗੁਰਸਿੱਖੋ ਕਿਸੇ ਦਾ ਨਹੀਂ ਹੈ। ਜਦੋਂ ਆਪਾਂ ਕਥਾ ਵਿਚਾਰ ਕਰਾਂਗੇ ਐਸੇ ਸਤ ਸੰਗਤ ਜੀ, ਆਪਾਂ ਸ਼ਾਸਤਰਾਂ ਨੂੰ ਪੜਾਂਗੇ, ਉਦੋਂ ਰੋਮ ਰੋਮ ਖੜਾ ਹੋ ਜਾਂਦਾ। ਹੇ ਗੁਰੂ ਨਾਨਕ ਦੇਵ ਜੀ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਸੀਂ ਸਾਡੇ ਤੇ ਇੰਨੀ ਕਿਰਪਾ ਕੀਤੀ। ਫਿਰ ਆਪਣੇ ਅੰਦਰ ਝਾਤੀ ਮਾਰੀ ਦੀ ਆ ਵੀ ਅਸੀਂ ਕਿਸ ਜੋਗੇ ਹਾਂ। ਨਾ ਸੇਵਾ ਕਰੀ, ਨਾ ਭਗਤੀ ਕਰੀ, ਨਾ ਕੋਈ ਸ਼ੁਭ ਕਰਮ ਕੀਤਾ। ਸਾਰੀ ਜ਼ਿੰਦਗੀ ਸਾਡੀ ਤਾਂ ਐਵੇਂ ਲੰਘ ਗਈ। ਅਕਿਰਤ ਘਣਤਾ ਦਾ ਕਲੰਕ ਲੈ ਕੇ ਗਾਹਾਂ ਕੀ ਮੂੰਹ ਲੈ ਕੇ ਜਾਵਾਂਗੇ। ਫੇਰ ਵਿਚਾਰ ਆਉਂਦੀ ਹੈ ਸਤਿ ਜਦੋਂ ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ ਪੜ੍ਹੀ ਸੁਣੀਦਾ ਹੈ। ਸੋ ਆਪ ਜੀ ਸੁਣੋ ਖਾਲਸਾ ਜੀ, ਕੀ ਕਾਰਨ ਸੀ ਗੁਰੂ ਨਾਨਕ ਦੇਵ ਜੀ ਦੇ ਆਉਣ ਦਾ। ਜਾਏ ਤਾਂ ਨਿਜ ਪੰਥ ਚਲਾਏ, ਜਿਨ੍ਹਾਂ ਨੇ ਪਹਿਲਾਂ ਜਿਨ੍ਹਾਂ ਨੂੰ ਭੇਜਿਆ ਉਹਨੇ ਆਪੋ ਆਪਣੇ ਪੰਥ ਚਲਾ ਲਏ ਜਾ ਕੇ। ਬਿਸਰੇ ਜਾਂ ਕਾਰਜ ਤੈ ਗਏ, ਵਾਹਿਗੁਰੂ ਨੇ ਸੋਚਿਆ ਜਿਹੜੇ ਕੰਮ ਭੇਜੇ ਸੀ ਉਹ ਕੰਮ ਵਿਸਾਰ ਦਿੱਤਾ। ਕਿਹੜਾ ਕੰਮ ਸਤ ਸੰਜੀ 10ਵੇਂ ਪਾਤਸ਼ਾਹ ਨੇ ਕੀ ਕਿਹਾ, ਅਸੀਂ ਕਿਉਂ ਆਏ ਹਾਂ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ। ਉਹੀ ਸਿਧਾਂਤ ਗੁਰੂ ਨਾਨਕ ਦੇਵ ਜੀ ਦਾ ਹੈ।
ਧਰਮ ਦੀ ਰੱਖਿਆ ਕਰਨੀ, ਜਿਹਦੇ ਆਸਰੇ ਧਰਤੀ ਖੜੀ ਹੈ। ਧਰਮੀ ਪੁਰਸ਼ ਜਿਹੜੇ ਮਹਾਤਮਾ ਨੇ ਉਹਨਾਂ ਦਾ ਪੱਖ ਕਰਨਾ ਔਰ ਦੁਸ਼ਟਾਂ ਮਲੇਸ਼ਾਂ ਨੂੰ ਦੰਡ ਦੇ ਕੇ ਖਤਮ ਕਰਨਾ, ਇਹ ਅਵਤਾਰ ਦਾ ਕੰਮ ਹੋਇਆ ਕਰਦਾ ਖਾਲਸਾ ਜੀ। ਸੋ ਆਪ ਜੀ ਸਤ ਸੰਗਤ ਜੀ ਜਿਸ ਵੇਲੇ ਧਰਤੀ ਨੇ ਪੁਕਾਰ ਕੀਤੀ, ਹੁਣ ਵਾਹਿਗੁਰੂ ਨੇ ਸੋਚਿਆ ਕਿ ਪਹਿਲੇ ਜਿੰਨੇ ਭੇਜੇ ਸੀ ਉਹਨਾਂ ਨੇ ਆਪਣਾ ਹੀ ਨਾਮ ਜਪਾਇਆ ਹੈ, ਆਪਣੇ ਆਪਣੇ ਮਤ ਠਹਿਰਾਏ, ਆਪੋ ਆਪਣੇ ਧਰਮ ਚ ਲਾ ਲੈ ਮਤ, ਕਿਨੋ ਨਾ ਮਹਿਮਾ ਨਾਮ ਪਥਾਰੀ। ਨਾਮ ਦੀ ਮਹਿਮਾ ਨਹੀਂ ਕਿਸੇ ਨੇ ਫੈਲਾਈ ਹੈ, ਕੰਨਾ ਬੱਟੀ ਕੁਰਰੂ ਕਰਦੇ ਰਹੇ। ਅੱਜ ਸਤ ਸੰਗਤ ਜੀ ਨਾਮ ਦੀਆਂ ਧੁਨੀਆਂ ਪਾਠਾਂ ਦੇ ਪ੍ਰਵਾਹ ਚੱਲਦੇ, ਕੀ ਸਤ ਸੰਗਤ ਜੀ ਕੋਈ ਸਾਖੀਆਂ ਸੁਣਾਈਆਂ ਜਾਂਦੀਆਂ, ਕੀ ਕੋਈ ਇੱਧਰ ਉੱਧਰ ਹੋਰਾਂ ਧਰਮਾਂ ਦੀ ਨਿੰਦਿਆ ਹੈ। ਰੋਲ ਗੁਰਬਾਣੀ ਸਤ ਸੰਗਤ ਜੀ ਸਿਮਰਨ ਹੋ ਰਹੇ ਹਨ। ਭਾਉ ਭਗਤ ਕੀ ਰੀਤ ਨ ਡਾਰੀ, ਪ੍ਰੇਮਾ ਭਗਤੀ ਦੀ ਮਰਜ਼ਾਦਾ ਨਾ ਤੋਰੀ ਪਹਿਲੇ ਕਿਸੇ ਨੇ, ਜਿਉ ਹੋਵਤ ਅਵਲੰਬਤ ਸੋਨੀ। ਜਿਸ ਨਾਮ ਦੇ ਆਸਰੇ ਧਰਤੀ ਨੂੰ ਧੀਰਜ ਆ ਜਾਂਦੀ, ਇਉ ਵਿਚਾਰ ਬੋਲੇ ਜਗ ਜੋਨੀ। ਕਿਉਂ ਵਿਚਾਰ ਕਰਕੇ ਸਤ ਜੀ ਜਗਤ ਦਾ ਕਾਰਨ ਰੂਪ ਵਾਹਿਗੁਰੂ ਬੋਲਿਆ। ਨਾਮ ਕੀਰਤਨ ਬਿਤਰੋ ਜਬ ਹੀ, ਆਕਾਸ਼ਬਾਣੀ ਹੋਈ ਧਰਤੀ ਨੂੰ, ਕਹਿਣ ਲੱਗੇ ਅਸੀਂ ਆਪ ਤੇਰੇ ਉੱਤੇ ਉਤਰ ਕੇ ਕੀਰਤਨ ਭਗਤੀ ਦਾ ਬਸ ਫਲਾਓ ਕਰਾਂਗੇ, ਤੁਝ ਅਵਲੰਬ ਹੋਏ ਹੈ ਤਬ ਹੀ। ਤੇਰਾ ਫਿਰ ਆਸਰਾ ਬਣਾਂਗੇ, ਨਾਮ ਨੂੰ ਫਲਾਵਾਂਗੇ। ਜਾਂ ਤੇ ਪ੍ਰਗਟਾਵੋ ਜਗ ਆਏ, ਆ ਕੇ ਆਪਣਾ ਆਪ ਅਸੀਂ ਪ੍ਰਗਟ ਕਰਦੇ ਹਾਂ। ਹੇ ਧਰਤੀ ਮੋਹ ਬਿਨ ਹੋਤ ਨ ਆਨ ਉਪਾਏ, ਸਾਤੋਂ ਆਪ ਆਇਆ ਤੋਂ ਬਿਨਾ ਇਹ ਪਰਪਕਾਰ ਨਹੀਂ ਹੋਣਾ, ਕਿਸੇ ਨੇ ਕਰਨਾ ਨਹੀਂ। ਧਰਮ ਧਾਮ ਧਰ ਧੀਰਜ ਦੀਨੋ, ਜੋ ਖਾਲਸਾ ਜੀ ਧਰਮ ਦਾ ਧਾਮ, ਧਰਮ ਦਾ ਘਰ ਵਾਹਿਗੁਰੂ ਨੇ ਧਰਤੀ ਨੂੰ ਧੀਰਜ ਦਿੱਤੀ। ਪਾਏ ਅਲੰਬ ਹੋਏ ਦੁਖ ਛੀਨੋ, ਇਹਨੇ ਸਤ ਸੰਗਤ ਜੀ ਮਾਨੋ ਆਸਰਾ ਹੀ ਪਾ ਲਿਆ। ਖੁਸ਼ ਹੋਈ ਵੀ ਸ਼ੁਕਰ ਹੈ ਮੇਰੀ ਪੁਕਾਰ ਸੁਣੀ ਗਈ ਹੈ, ਹੁਣ ਦੇਰ ਨਹੀਂ, ਮੇਰੀ ਮਦਦ ਕਰੂ ਪਰਮੇਸ਼ਰ। ਸੁਣ ਕਰ ਗਿਰਾ ਗਗਨ ਕੀ ਸੋਨੀ, ਇਹ ਆਕਾਸ਼ਬਾਣੀ ਸੁਣ ਕੇ ਧਰਤੀ ਉਰ ਕਰ ਪਰਮ ਹਰਖ ਮੁਖ ਤੋਂ ਮੋਨੀ। ਬੋਲੀ ਨਹੀਂ, ਹਿਰਦੇ ਚ ਬੜਾ ਹੀ ਪ੍ਰਸੰਨਤਾ ਧਾਰੀ ਇਸ ਨੇ। ਜਗ ਮੈਂ ਰਗਵਰ ਕੁਲ ਅਕਲੰਕਾ, ਫਿਰ ਵਾਹਿਗੁਰੂ ਨੇ ਕੀ ਸੋਚਿਆ ਵੀ ਅਵਤਾਰ ਧਾਰੀਏ, ਕਿੱਥੇ ਦੇਹ ਵੀ ਪ੍ਰਾਪਤ ਕਰਨੀ ਹੈ ਕਿ ਨਹੀਂ। ਇਸੇ ਕਰਕੇ ਖਾਲਸਾ ਜੀ ਗ੍ਰਸਤੀ ਲੋਕਾਂ ਨੂੰ ਧਰਮੀ ਹੋਣਾ ਜ਼ਰੂਰੀ ਹੈ। ਬਹੁਤ ਸਾਰੀਆਂ ਐਸੀਆਂ ਰੂਹਾਂ ਸੰਤਾਂ ਭਗਤਾਂ ਦੀਆਂ ਨੇ, ਉਹਨਾਂ ਨੇ ਦੁਬਾਰਾ ਸਰੀਰ ਲੈਣਾ ਹੁੰਦਾ, ਸਰੀਰ ਤੋਂ ਬਿਨਾਂ ਤਾਂ ਭਗਤੀ ਨਹੀਂ ਹੁੰਦੀ। ਸਰੀਰ ਗ੍ਰਸਤੀਆਂ ਦੇ ਘਰੋਂ ਹੀ ਮਿਲਣਾ। ਜੇ ਗ੍ਰਸਤੀ ਪਾਪੀ ਹੋਣਗੇ ਖਾਲਸਾ ਜੀ ਸਾਧੂ ਜਨ, ਫਿਰ ਸਰੀਰ ਉਹਨਾਂ ਦੇ ਘਰੋਂ ਲੈਂਦੇ ਨੇ ਕਿ ਮਾਂ ਬਾਪ ਹੀ ਜੇ ਪਾਪੀ ਹੋਏ ਉੱਥੋਂ ਸਰੀਰ ਲੈ ਕੇ ਕੀ ਕਰਾਂਗੇ। ਧਰਮੀ ਪੁਰਸ਼ਾਂ ਦੇ ਗ੍ਰਸਤੀਆਂ ਦੇ ਘਰ ਸਤ ਸੰਗਤ ਜੀ ਚੰਗੀਆਂ ਰੂਹਾਂ ਜਨਮ ਲੈਂਦੀਆਂ, ਫਿਰ ਉਹਨਾਂ ਦਾ ਵੀ ਭਲਾ ਹੋ ਜਾਂਦਾ, ਉਹਨਾਂ ਦਾ ਭਗਤੀ ਕਰਨ ਤੋਂ ਬਿਨਾਂ ਹੀ ਭਲਾ ਹੋ ਜਾਂਦਾ। ਜਦੋਂ ਉਹ ਰੂਹ ਉਤਰਦੀ ਹੈ ਉਹਦੇ ਆਸਰੇ ਸਤ ਸੰਗਤ ਜੀ ਕੀਤੀ ਛੁੱਟੀ ਨਾਲ, ਇੱਕ ਦੇ ਆਸਰੇ ਕਿਤੇ ਸਤ ਸੰਗਤ ਜੀ ਭਗਤ ਜਿਨਾ ਕੀ 21 ਕੁੱਲ ਉਧਾਰ ਹੈ। ਸਤ ਸਹੁਰਿਆਂ ਦੀਆਂ, ਸਤ ਨਾਨਕਿਆਂ ਦੀਆਂ, ਸਤ ਦਾਦਕਿਆਂ ਦੀਆਂ, ਸਤ 21 ਕੁੱਲਾਂ ਉਧਰ ਜਾਂਦੀਆਂ ਬਿਨਾਂ ਭਗਤੀ ਕਰਨ ਤੋਂ। ਇੰਨਾ ਪ੍ਰਤਾਪ ਹੈ। ਸੋ ਵਾਹਿਗੁਰੂ ਨੇ ਸੋਚਿਆ ਕਿਹੜੀ ਬੰਸ ਵਿੱਚ ਅਵਤਾਰ ਧਾਰੀਏ, ਜਿਹੜੀ ਬੰਸ ਨੂੰ ਕਲੰਕ ਨਾ ਹੋਵੇ, ਅਚਾਰ ਉੱਚੇ ਹੋਣ, ਕੋਈ ਅਚਾਰ ਤੋਂ ਹੀਣੇ ਨਾ ਹੋਣ, ਪਾਪਾਂ ਦੇ ਨਾ ਗ੍ਰਸੇ ਹੋਣ, ਕਲੰਕੀ ਨਾ ਹੋਣ ਲੋਕ ਉਸ ਬੰਸ ਦੇ। ਉਹ ਬੰਸ ਵਿੱਚ ਅਵਤਾਰ ਧਾਰੀਏ। ਪ੍ਰਗਟੇ ਬੇਦੀ ਕੋ ਮੁੱਦ ਮਿਅੰਕਾ, ਸੋ ਖਾਲਸਾ ਜੀ ਬੇਦੀ ਬੰਸ ਦੇ ਅੰਦਰ ਆਪ ਜੀ ਪ੍ਰਗਟ ਐ ਹੋਏ ਜਿਵੇਂ ਰਾਤ ਨੂੰ ਇੱਕ ਕੁੰਮੀਆਂ ਹੁੰਦੀਆਂ, ਜਿਵੇਂ ਕਬਲ ਦਿਨੇ ਹੁੰਦੇ ਨੇ, ਰਾਤ ਨੂੰ ਕੁੰਮੀਆਂ ਹੁੰਦੀਆਂ ਛੋਟੀ ਛੋਟੀਆਂ, ਫੁੱਲ ਨੇ ਹੁੰਦੀਆਂ ਕਬਨਾਂ ਵਰਗੀਆਂ, ਸਰੋਵਰਾਂ 'ਚ ਹੀ ਖਿੜਦੀਆਂ। ਉਹ ਖਿੜਦੀਆਂ ਉਦੋਂ ਨਾ ਜੇ ਚੰਦਰਮਾ ਚੜ੍ਹਦਾ ਹੈ। ਅੱਜ ਸੱਚ ਜੀ ਜਿੰਨੀ ਬੇਦੀ ਕੁੱਲ ਦੇ ਲੋਕ ਨੇ ਇਹ ਮਨ ਕੁੰਮੀਆਂ ਦੀ ਨਿਆਈ ਨੇ। ਸਤਿਗੁਰੂ ਜੀ ਅੱਜ ਚੰਦਰਮਾ ਰੂਪ ਹੋ ਕਰਕੇ ਪ੍ਰਗਟ ਹੋ ਰਹੇ, ਉਹਨਾਂ ਨੂੰ ਖਿਡਾਉਣ ਵਾਸਤੇ, ਖੁਸ਼ ਕਰਨ ਲਈ। ਓੰਕਾਰ ਧਾਰ ਨਿਜ ਰੂਪਾ, ਇੱਕ ਓੰਕਾਰ ਵਾਹਿਗੁਰੂ ਨੇ ਆਪਣਾ ਰੂਪ ਗੁਰੂ ਨਾਨਕ ਰੂਪ ਧਾਰ ਕੇ ਪ੍ਰਗਟੇ ਸਤਿਗੁਰ ਰੂਪ ਅਨੂਪਾ। ਉਪਮਾ ਤੋਂ ਰਹਿਤ ਸੱਚੇ ਪਾਤਸ਼ਾਹ ਸੁੰਦਰ ਸਰੂਪ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ। ਦੋਹਰਾ ਨਿਸਕੁਚਾਲ ਕਲ ਕਾਲ ਤਮ, ਇਹ ਕਲਯੁਗ ਦਾ ਸਤ ਸੰਗ ਜੀ ਜਿਹੜੀ ਨਿਸਕੁਚਾਰ, ਜਿਹੜੀਆਂ ਖੋਟੀਆਂ ਰੀਤੀਆਂ ਨੇ ਨਾ, ਰੋਹ ਰੀਤੀਆਂ, ਰਸਮ ਰਿਵਾਜ ਜਿਹੜੇ ਖੋਟੇ ਨੇ, ਉਹ ਤਾਂ ਸਤ ਸੰਗਤ ਜੀ ਰਾਤ ਹੈ।
ਕਲਯੁਗ ਦਾ ਸਮਾਂ ਜਿਹੜਾ ਹਨੇਰਾ ਹੈ, ਉਡਗਨ ਦੰਭ ਸਮਾਜ, ਰਾਤ ਨੂੰ ਤਾਰੇ ਦਿਸਦੇ ਨੇ, ਜਿੰਨੇ ਪਖੰਡੀ ਲੋਕ ਨੇ ਸਭ ਤਾਰਿਆਂ ਵਾਂਗੂ ਚਮਕਦੇ ਨੇ। ਭਏ ਕੁਮੁਦ ਸੇ ਅਨਕ ਮਤ, ਜਿਹੜੇ ਅਨੇਕਾਂ ਮਤ ਨੇ ਤਰ੍ਹਾਂ ਤਰ੍ਹਾਂ ਦੇ, ਇਹ ਕੁੰਮੀਆਂ ਵਾਂਗੂ ਖਿੜ ਰਹੇ ਨੇ, ਰਾਤ ਨੂੰ ਕੁੰਮੀਆਂ ਖਿੜਦੀਆਂ ਨੇ। ਇੰਦ ਮੁਹੰਮਦ ਰਾਜ, ਚੰਦਰਮਾ ਮੁਸਲਮਾਨਾਂ ਦਾ ਰਾਜ ਹੈ। ਇਹ ਰਾਤ ਦੇ ਠਾਠ ਬਾਠ ਨੂੰ ਖਤਮ ਕਰਨ ਵਾਸਤੇ ਸੂਰਜ ਨੂੰ ਚੜ੍ਹਨ ਦੀ ਲੋੜ ਹੈ। ਜਦੋਂ ਸੂਰਜ ਚੜ੍ਹ ਜਾਏਗਾ ਖਾਲਸਾ ਜੀ, ਰਾਤ ਨਹੀਂ ਰਹੇਗੀ, ਹਨੇਰਾ ਨਹੀਂ ਰਹੇਗਾ, ਚੰਦਰਮਾ ਵੀ ਫਿੱਕਾ ਪੈ ਜਾਏਗਾ, ਦਿਖੇਗਾ ਨਹੀਂ, ਤਾਰੇ ਦਿਸਣਗੇ ਹੀ ਨਹੀਂ। ਤੋ ਤੁਰਕਾਂ ਦਾ ਰਾਜ ਪ੍ਰਤਾਪ ਸੀ, ਉਹ ਤਾਂ ਭਾਈ ਚੰਦਰਮਾ ਚੜਿਆ ਹੋਇਆ ਸੀ। ਕਲਯੁਗ ਦਾ ਜਿਹੜਾ ਸਮਾਂ ਹੈ ਇਹ ਹਨੇਰਾ ਹੈ। ਜਿਹੜੀ ਸੱਚ ਲੋਕਾਂ ਦੀਆਂ ਪੁੱਠੀਆਂ ਰੀਤੀਆਂ ਨੇ, ਇਹ ਰਾਤ ਹੈ। ਜਿਹੜੇ ਪਖੰਡੀ ਲੋਕ ਬਹੁਤੇ ਵੱਧ ਗਏ, 100 ਸੁਹਾਗਣ ਵਰਗੇ ਥੋੜੇ ਸੀ, ਸੱਜਣ ਠੱਗ ਵਰਗੇ ਥੋੜੇ ਸੀ। ਇਹ ਪਖੰਡੀ ਲੋਕ ਸਤ ਸੰਗਤ ਜੀ ਜਿਵੇਂ ਤਾਰੇ ਰਾਤ ਨੂੰ ਚਮਕਦੇ ਹੁੰਦੇ, ਇਹੋ ਜਿਹੇ ਸੀ। ਇਹਨਾਂ ਨੂੰ ਲੋਕ ਮੰਨੀ ਜਾਂਦੇ ਸਨ। ਇਹਨਾਂ ਸਾਰਿਆਂ ਨੂੰ ਰਾਤ ਦੇ ਸਮਾਜ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਸੂਰਜ ਰੂਪ ਹੋ ਕਰਕੇ ਪ੍ਰਗਟ ਹੋਏ। ਐਵੇਂ ਨਹੀਂ ਭਾਈ ਗੁਰਦਾਸ ਨੇ ਕਿਹਾ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਚੌਪਈ ਤਿਨ ਕੋ ਹਰਨ ਭਾਲ ਦਿਨ ਰਾਊ, ਆਪ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਸਤ ਸੰਗੀ ਪਾਪ ਗ੍ਰਸੇ ਹੋਏ ਰਾਜ ਜਿਹੜਾ ਸੀਗਾ ਰਾਤਰੀ, ਕਲਯੁਗ ਦੇ ਭਿਆਨਕ ਸਮੇਂ ਦੇ ਹਨੇਰੇ ਨੂੰ ਚੱਕਣ ਵਾਸਤੇ, ਜਿਵੇਂ ਸਵੇਰ ਦਾ ਸੂਰਜ ਹੁੰਦਾ ਨਾ ਬਾਲਕ ਅਵਸਥਾ 'ਚ, ਐ ਅੱਜ ਪ੍ਰਗਟ ਹੋ ਗਏ। ਉਦੇਸੋ ਨਾਨਕ ਤੇਜ ਪ੍ਰਭਾਊ, ਕਿਉਂ ਤੇਜ ਪ੍ਰਤਾਪ ਦੇ ਸਹਿਤ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ। ਬਚਨ ਕਿਰਨ ਜਾਂ ਮੈਂ ਪ੍ਰਕਾਸ਼ੇ, ਸੂਰਜ ਦੀਆਂ ਤਾਂ ਕਿਰਨਾਂ ਹੁੰਦੀਆਂ ਜਿਹਦੇ ਨਾਲ ਚਾਨਣ ਕਰਦੀਆਂ। ਸਤਿਗੁਰਾਂ ਦੇ ਖਾਲਸਾ ਜੀ ਅੰਮ੍ਰਿਤ ਬਾਣੀ ਦੇ ਜਿਹੜੇ ਬਚਨ ਨੇ, ਇਹ ਕਿਰਨਾਂ ਹਨ। ਸੰਤ ਤਾਮ ਰਸ ਹੀਰ ਵਿਕਾਸੇ, ਸੂਰਜ ਨੂੰ ਦੇਖ ਕੇ ਸਤ ਸੰਗ ਜੀ ਕਬਲ ਖਿੜਦੇ। ਸਾਧੂ ਮਹਾਤਮਾ ਸਾਰੇ ਸੰਗਤਾਂ ਖਾਲਸਾ ਜੀ ਜਿੰਨੀਆਂ ਆਪ ਸੰਗਤਾਂ ਬੈਠੀਆਂ, ਸੰਗਤ ਚ ਆਉਂਦੀਆਂ ਗੁਰਸਿੱਖ ਗੁਰਬਾਣੀ ਸੁਣ ਕੇ ਖੁਸ਼ ਨਹੀਂ ਹੋ ਜਾਂਦੇ? ਹਿਰਦੇ ਖਿੜ ਜਾਂਦੇ ਕਿ ਨਹੀਂ? ਗੁਰਸਿੱਖਾਂ ਦੇ ਹਿਰਦੇ ਕਬਲ ਹਨ। ਦੰਬੀ ਸਮ ਉੱਲੂ ਕੋ ਦੁਖ ਭਾਰੀ, ਜਿਵੇਂ ਸੂਰਜ ਦੇ ਚੜ੍ਹਨ ਤੇ ਉੱਲੂ ਨਹੀਂ ਚੰਗਾ ਸਮਝਦੇ, ਬੜੇ ਸਤ ਸੰਗ ਜੀ ਦੁਖੀ ਹੁੰਦੇ ਐ। ਇਹ ਪਖੰਡੀ ਲੋਕ ਨਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਚੰਗੀ ਸਮਝਦੇ। ਉਹ ਕਹਿੰਦੇ ਅਸੀਂ ਵੀ ਉਚਾਰਦੇ ਆ, ਇਹਦੇ ਮੁਕਾਬਲੇ ਤੁਸੀਂ ਘੱਟ ਤਾਂ ਨਹੀਂ। ਉਹ ਅੱਡ ਚੌਂਕੀਆਂ ਲਾਈ ਜਾਂਦੇ ਹਨ। ਕਿੰਕਰ ਕੋਕ ਭਏ ਸੁਖ ਯਾਰੀ, ਜਿਵੇਂ ਸੂਰਜ ਚੜ੍ਹਨਾ ਚੱਕਵਾ ਚੱਕ ਵੀ ਸੁਖ ਹੋ ਜਾਂਦੇ ਨੇ, ਸੇਵਕ ਵੀ ਸੁਖੀ ਹੋਏ। ਆਤਮ ਭਗਤ ਜਗਤ ਪ੍ਰਕਾਸ਼ੀ, ਸੂਰਜ ਦੇ ਚੜ੍ਹਨ ਨਾਲ ਧੁੱਪ ਥਾਂ ਥਾਂ ਤੇ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣਾ ਥਾਂ ਥਾਂ ਭਗਤੀ ਦੀ ਧੁੱਪ ਪ੍ਰਗਟ ਹੋ ਗਈ। ਨੀਂਦ ਅਵਧਿਆ ਸਿਖਨ ਨਾਸੀ, ਸੂਰਜ ਚੜ੍ਹਨ ਨਾਲ ਨੀਂਦ ਵੀ ਸਭ ਦੀ ਖਤਮ ਹੋ ਜਾਂਦੀ ਹੈ। ਸਾਵਧਾਨ ਹੋ ਕੇ ਉੱਠ ਖੜਦੇ ਨੇ। ਜਿੰਨੇ ਸਿੱਖਾਂ ਦੇ ਅੰਦਰ ਵਿਦਿਆ ਦੀ ਨੀਂਦ ਸੀ ਉਹ ਖਤਮ ਹੋ ਗਈ। ਗਿਆਨ ਨਾਮ ਮੈਂ ਨਰਬਰ ਜਾਗੇ, ਜਿਵੇਂ ਸੂਰਜ ਚੜ੍ਹੇ ਤੇ ਲੋਕ ਜਾਗ ਪੈਂਦੇ ਨੇ, ਗੁਰੂ ਨਾਨਕ ਦੇਵ ਸਾਹਿਬ ਦੇ ਸਤ ਸੰਗੀ ਪ੍ਰਗਟ ਹੋਣ ਤੇ ਸਾਰੇ ਗੁਰਸਿੱਖ ਗਿਆਨ ਅਵਸਥਾ 'ਚ ਜਾਗ ਪਏ, ਮੁੜ ਕੇ ਨੀਂਦ ਹੀ ਨਹੀਂ ਆਈ। ਕਲਮਲ ਸੁਪਨਾ ਜਿਉ ਮਨ ਤਿਆਗੇ, ਜਿਵੇਂ ਜਾਗ ਕੇ ਸੁਪਨਾ ਚੱਕਿਆ ਜਾਂਦਾ, ਸੁਪਨਾ ਨਹੀਂ ਨਾ ਰਹਿੰਦਾ ਜਾਗਣ ਤੇ। ਐ ਜਿੰਨੇ ਪਾਪ ਸੀ ਐ ਛੱਡ ਗਏ ਖਾਲਸਾ ਜੀ, ਜਿਵੇਂ ਜਾਗਣ ਤੇ ਸੁਪਨਾ ਛੱਡ ਜਾਂਦਾ। ਗਿਆਨ ਅਵਸਥਾ ਜਾਗੇ ਨਹੀਂ ਤੇ ਪਾਪ ਖਤਮ ਹੋਏ ਨਹੀਂ। ਧਰਮ ਧਰਤ ਧੀਰਜ ਕੇ ਹੇਤਾ, ਇਉਂ ਖਾਲਸਾ ਜੀ ਧਰਮ ਨੂੰ ਤੇ ਧਰਤੀ ਨੂੰ ਧੀਰਜ ਦੇਣ ਵਾਸਤੇ ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ, ਬੇਦੀਆਂ ਦੇ ਕੁਲ ਦੇ ਨਿਸ਼ਾਨ ਰੂਪ ਪ੍ਰਗਟ ਹੋਏ। ਦੋਹਰਾ ਕਾਰਨ ਗੁਰ ਅਵਤਾਰ ਕੋ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ ਇਹ ਤੁਹਾਨੂੰ ਅਸੀਂ ਦੱਸਿਆ ਹੈ। ਮੈਂ ਬਰਨਿਓ ਚਿਤ ਲਾਏ, ਅਸੀਂ ਮਨ ਦੀ ਬਿਰਤੀ ਨੂੰ ਉਕਾਗਰ ਕਰਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਜੋੜ ਕੇ ਅਸੀਂ ਇਹ ਕਥਨ ਕੀਤਾ। ਸੁਣੋ ਜਨਮ ਕੀ ਅਬ ਕਥਾ, ਮਹਾਰਾਜ ਦੇ ਅਵਤਾਰ ਧਾਰਨ ਦੀ ਕਥਾ ਸੁਣੋ। ਸ੍ਰੀ ਅੰਗਦ ਸੁਖਦਾਏ, ਹੇ ਗੁਰੂ ਅੰਗਦ ਦੇਵ ਜੀ ਤੁਸੀਂ ਸੁਖ ਦਾਤੇ ਉਹੀ ਰੂਪ ਹੋ। ਮੈਨੂੰ ਹੁਕਮ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਉਂ ਅਵਤਾਰ ਧਾਰਿਆ। ਭਾਈ ਬਾਲਾ ਜੀ ਤੁਸੀਂ 3 ਸਾਲ ਛੋਟੇ ਹੋ ਗੁਰੂ ਨਾਨਕ ਦੇਵ ਜੀ ਨਾਲੋਂ, ਤੁਹਾਡਾ ਵੀ ਜਨਮ ਨਨਕਾਣੇ ਸਾਹਿਬ ਹੋਇਆ, ਸਾਰੀ ਕਥਾ ਸੁਣਾਓ। ਇਹ ਸਤ ਜੀ ਖਡੂਰ ਸਾਹਿਬ ਤਪਿਆਣੇ ਸਾਹਿਬ ਬੈਠ ਕੇ ਪ੍ਰਤੱਖ ਸਾਹਮਣੇ ਗੁਰੂ ਅੰਗਦ ਦੇਵ ਜੀ ਦੇ ਭਾਈ ਬਾਲਾ ਜੀ ਨੇ ਸਤ ਸੰਗ ਜੀ ਇਹ ਕਥਨ ਕੀਤਾ ਕਿ ਮਹਾਰਾਜ ਨੇ ਅਵਤਾਰ ਕਿਉਂ ਧਾਰਿਆ ਹੈ। ਸੋ ਸਤ ਸੰਗਤ ਜੀ
ਅੱਗੇ ਦੱਸ ਰਹੇ ਹਨ। ਚੌਪਈ ਬਾਰ ਦੇਸ਼ ਸਭ ਦੇਸ਼ ਨਰੇਸ਼ੂ। ਫਿਰ ਕਹਿੰਦੇ ਵੀ ਅਵਤਾਰ ਕਿੱਥੇ ਧਾਰਿਆ? ਬਾਰ ਦੇਸ਼ ਵਿੱਚ। ਬਾਰ ਦਾ ਇਲਾਕਾ ਸਤ ਸੰਗਤ ਜੀ ਆਪਾਂ ਜਿਹੜਾ ਪਾਕਿਸਤਾਨ ਚ ਆ ਗਏ ਇਹਨੂੰ ਕਹਿੰਦੇ ਹਾਂ। ਇਹ ਸਤ ਸੰਗਤ ਜੀ ਰਾਵੀ ਦੇ ਤੇ ਚਨਾਹ ਦੇ ਵਿਚਾਲੇ ਬਾਰ ਦਾ ਇਲਾਕਾ ਹੈ ਨਨਕਾਣਾ ਸਾਹਿਬ। ਇਹ ਰਾਵੀ ਤੇ ਸਤ ਸੰਗਤ ਜੀ ਬਾਰ ਦਾ ਇਲਾਕਾ ਸਾਰਿਆਂ ਦੇਸ਼ਾਂ ਦਾ ਮਾਨੋ ਰਾਜਾ ਹੈ। ਇਹਦੇ ਵਿੱਚ ਸਤ ਸੰਗਤ ਜੀ ਪਸ਼ੂ ਵੀ ਚੰਗੀ ਜਾਤੀ ਦੇ, ਘੋੜੇ ਘੋੜੀਆਂ ਬਹੁਤ ਸਾਰੇ ਲੋਕ ਵਪਾਰ ਕਰਿਆ ਕਰਦੇ। ਇਸੇ ਤਰ੍ਹਾਂ ਰਾਵੀ ਮਾਨੋ ਸਤ ਸੰਗਤ ਜੀ ਉੱਤੇ ਚੌਰ ਕਰਦੀ ਹੈ। ਇਹ ਜਿਹੜੀ ਚਨਾਹ ਹੈ ਉੱਤੇ ਪੱਖਾ ਕਰ ਰਹੀ ਹੈ, ਰਾਜੇ ਦੇ ਉੱਤੇ ਜਿਵੇਂ ਪੱਖਾ ਹੁੰਦਾ ਹੈ। ਅਹੀ ਜੀ ਸੋਹਣੀ ਧਰਤੀ ਸਤ ਸੰਗਤ ਜੀ ਜਿੱਥੇ ਤਰ੍ਹਾਂ ਤਰ੍ਹਾਂ ਦੇ ਬਾਗ ਬਗੀਚੇ ਲੱਗੇ ਹੋਏ, ਬੜਾ ਸੁੰਦਰ ਸਤ ਸੰਗਤ ਜੀ ਰੌਣਕਾਂ ਦੇ ਸਹਿਤ ਸ਼ਹਿਰ ਵਸ ਰਹੇ ਹਨ। ਰਾਏ ਭੋਏ ਦੀ ਤਲਵੰਡੀ ਦੇ ਇੱਥੇ ਸਤ ਸੰਗਤ ਜੀ ਬੇਦੀ ਵੰਸ ਰਿਹਾ ਕਰਦੀ। ਬੇਦੀ ਵੰਸ ਦੇ ਅੰਦਰ ਸਤ ਸੰਗਤ ਜੀ 10ਵੇਂ ਪਾਤਸ਼ਾਹ ਨੇ ਫਰਮਾਇਆ ਹੈ ਕਿ ਜਿਸ ਵੇਲੇ ਕਰਮ ਕਾਲ ਜੋਂ ਭਈ ਸੋ ਭੂਮ ਬੰਸ ਤੇ ਗਈ। ਪਹਿਲਾਂ ਛਤਰੀਆਂ ਦਾ ਰਾਜ ਹੁੰਦਾ ਸੀ ਕਿ ਨਹੀਂ? ਪਰਮੇਸ਼ਰ ਦੇ ਐਸਾ ਭਾਣਾ ਵਰਤਿਆ, ਹੌਲੀ ਹੌਲੀ ਪਾਪ ਵੱਧ ਗਏ, ਕਲਯੁਗ ਆ ਗਿਆ ਜਿਹੜਾ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਹੌਲੀ ਹੌਲੀ ਬੇਦੀਆਂ ਦੀ ਬੰਸ ਔਰ ਸੋਢੀਆਂ ਦੀ ਬੰਸ ਕੋਲੋਂ ਰਾਜ ਚਲਿਆ ਗਿਆ, ਧਰਤੀ ਚਲੀ ਗਈ। ਪੱਛਮ ਵੱਲੋਂ ਤੁਰਕ ਚੜ੍ਹ ਕੇ ਆ ਗਏ ਤੇ ਸਤ ਸੰਗਤ ਜੀ ਮੁਸਲਮਾਨਾਂ ਦਾ ਰਾਜ ਹੋ ਗਿਆ। ਇੱਧਰ ਸਤ ਸੰਗਤ ਜੀ 20 ਗਾਮ ਤਿਨਕੇ ਰਹਿ ਗਏ, ਜਨਮੋ ਕਰਤ ਕਰਸਾਨੀ ਭਏ। 10ਵੇਂ ਪਾਤਸ਼ਾਹ ਕਹਿੰਦੇ ਭਾਈ 20 ਪਿੰਡ ਬੇਦੀਆਂ ਦੇ ਰਹਿ ਗਏ ਸੀ, ਜਿਹਦੇ ਵਿੱਚ ਫਿਰ ਉਹਨਾਂ ਨੇ ਸੂਰਮਤਾਈ ਤਾਂ ਛੱਡਤੀ, ਛਤਰੀ ਤਾਂ ਸੂਰਮੇ ਹੁੰਦੇ ਸੀ, ਸ਼ਸਤਰ ਤਿਆਗ ਦਿੱਤੇ, ਖੇਤੀਆਂ ਕਰਨ ਲੱਗ ਗਏ, ਤੁਰਕਾਂ ਦੇ ਅਧੀਨ ਹੋ ਕੇ ਪਰਜਾ ਬਣ ਗਏ। ਜਿਸ ਵੇਲੇ ਸਮਾਂ ਬਹੁਤ ਕਾਲ ਜੇ ਭਾਂਤ ਬਤਾਇਓ, ਜਨਮ ਸਮਾਂ ਨਾਨਕ ਕੋ ਆਇਓ। 10ਵੇਂ ਪਾਤਸ਼ਾਹ ਬਹੁਤ ਸਮਾਂ ਇਸ ਤਰ੍ਹਾਂ ਬਤੀਤ ਹੁੰਦਾ ਰਿਹਾ ਤੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਸਮਾਂ ਆ ਗਿਆ, ਜਿਹੜਾ ਸਤ ਸੰਗਤ ਜੀ ਤ੍ਰੇਤੇ ਯੁੱਗ ਦੇ ਅੰਦਰ ਲੁਬੂ ਦੀ ਵੰਸ਼ ਦੇ ਸਤ ਸੰਗਤ ਜੀ ਰਾਜੇ ਨੇ 3 ਵੇਦ ਸੁਣ ਕੇ, ਚੌਥਾ ਵੇਦ ਸੁਣਦੇ ਸਾਰਾ ਰਾਜ ਭਾਗ ਬੇਦੀਆਂ ਨੂੰ ਦਿੱਤਾ ਸੀ। ਬੇਦੀ ਭਇਓ ਪ੍ਰਸੰਨ ਰਾਜ ਕੈ ਪਾਏ ਕੈ, ਦੇਤ ਭਇਓ ਵਰਦਾਨ ਹੀਏ ਹੁਰ ਸਾਏ ਕੈ, ਜਬ ਕਲਮੇ ਹਮ ਨਾਨਕ ਨਾਮ ਕਹਾਏ ਹੈ, ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਉਹ ਤ੍ਰੇਤੇ ਯੁੱਗ ਦਾ ਸਤ ਸੰਗਤ ਜੀ ਵਰਦਾਨ ਦਿੱਤਾ ਹੋਇਆ, ਕਲਯੁਗ ਜਾ ਕੇ ਸਤ ਸੰਗਤ ਜੀ ਭਿੜਿਆ। ਪਰਮੇਸ਼ਰ ਦੇ ਦਰ ਵਿੱਚ ਦੇਰ ਹੈ ਅੰਧੇਰ ਨਹੀਂ। ਸੋ ਖਾਲਸਾ ਜੀ ਉਹ ਸਮਾਂ ਲੰਘ ਗਿਆ, ਤ੍ਰੇਤੇ ਦਾ ਦੁਆਪਰ ਸਾਰਾ ਲੰਘਿਆ, ਕਲਯੁਗ ਦੇ ਵਿੱਚ ਸਤ ਸੰਗਤ ਜੀ ਆ ਗਿਆ ਸਮਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ। ਗ੍ਰਾਮ ਪਰ ਜਾ ਕੇ ਹਰਤ ਕਲੇਸ਼। ਕਿਉਂ ਸਤ ਸੰਗਤ ਜੀ ਇੱਥੇ ਬੇਦੀ ਰਹਿੰਦੇ ਸਨ, ਸਾਰੇ ਬੇਦੀ ਫਿਰ ਕੀ ਕਰਨ ਲੱਗੇ? ਇਹ ਧਰਮਾਤਮਾ ਸੀ ਸਤ ਸੰਗਤ ਜੀ, ਰਾਜ ਤਾਂ ਖੁੱਸ ਗਿਆ, ਖੇਤੀਆਂ ਕਰਨ ਲੱਗ ਗਏ, ਪਰ ਕਰਦੇ ਸੀ ਧਰਮ ਦੀ ਕਿਰਤ, ਪਾਪੀ ਨਹੀਂ ਸਨ। ਫਿਰ ਵੀ ਸਤ ਸੰਗਤ ਜੀ ਲਹੂ ਕੁਸ਼ੂ ਦੀ, ਰਾਮਚੰਦਰ ਦੀ ਅਵਤਾਰ ਦੀ ਵੰਸ਼ ਵਿੱਚੋਂ ਸਨ, ਸਾਰੇ ਧਰਮੀ ਸਨ। ਜਿਨ੍ਹਾਂ ਬੇਦੀਆਂ ਦੀ ਵੰਸ਼ ਵਿੱਚ ਗੁਰੂ ਨਾਨਕ ਦੇਵ ਜੀ ਦੇ ਪੜਦਾਦਾ ਨਾਰਾਇਣ ਦਾਸ ਜੀ ਹੋਏ। ਨਾਰਾਇਣ ਦਾਸ ਜੀ ਦੇ ਸਤ ਸੰਗਤ ਜੀ ਜਿਵੇਂ ਅੱਗੇ ਸ਼ਿਵ ਰਾਮ ਜੀ ਹੋਏ, ਉਹਨਾਂ ਦਾ ਇੱਥੇ ਵਰਣਨ ਆ ਰਿਹਾ, ਸੁਣੋ। ਅਸ ਬੇਦੀ ਵਾਸੀ ਤਲਵੰਡੀ। ਬਹੁਤ ਹੀ ਧਰਮਾਤਮਾ, ਹਰ ਵੇਲੇ ਜਗ ਪੁੰਨ ਦਾਨ ਕਰਦੇ ਰਹਿੰਦੇ, ਸਿਮਰਨ ਭਜਨ ਕਰਦੇ, ਜਿਹੜੇ ਰਾਏ ਭੋਏ ਦੀ ਤਲਵੰਡੀ ਦੇ ਬੇਦੀ ਸਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਜਿਹਨੂੰ ਨਨਕਾਣਾ ਸਾਹਿਬ ਕਹਿੰਦੇ ਹਾਂ। ਜਿਨ ਕੀ ਬਹੁ ਕੀਰਤ ਜਗ ਮੰਡੀ। ਸਾਰੇ ਸੰਸਾਰ 'ਚ ਬੇਦੀਆਂ ਦੀ ਮਹਿਮਾ ਬੜੀ ਸੀ ਕਿ ਧਰਮਾਤਮਾ ਹਨ। ਸ਼੍ਰਿੰਕਾਲ ਤੈ ਰਹਿਤ ਬਤਾਈ। ਜਦੋਂ ਚਿਰਕਾਲ ਬੇਦੀਆਂ ਨੇ ਇੱਥੇ ਰਹਿੰਦਿਆਂ ਬਤੀਤ ਕੀਤਾ। ਪਾ ਸ਼ਿਵ ਰਾਮ ਤਾਸ਼ ਕੁਲ ਮਾਹੀ। ਬੇਦੀਆਂ ਦੀ ਬੰਸ ਭਾਈ ਸ਼ਿਵ ਰਾਮ ਜੀ ਹੋਏ। ਬ੍ਰਿਤ ਸ਼ਾਂਤ ਕੀ ਜਨਮਨ ਕੀਨੀ। ਉਹਨਾਂ ਨੇ ਸਤ ਸੰਗਤ ਜੀ ਕੀ ਕਰਦੇ ਸੀ? ਦੁਕਾਨਦਾਰੀ ਕਰਦੇ ਸੀ। ਸ਼ਾਂਤ ਵਾਲੀ ਬਿਰਤੀ ਬੜੀ ਸ਼ਾਂਤੀ ਵਾਲੀ ਸੀ। ਜੀਵਾ ਰਜ ਤਮ ਕੀ ਤਜ ਦੀਨੀ। ਪਾਪ ਵਾਲੀ ਕਿਰਤ ਛੱਡੀ ਹੋਈ ਸੀ, ਸੰਤੋਖ ਦੇ ਨਾਲ ਗੁਜ਼ਾਰਾ ਕਰਦੇ ਹੋਏ ਐਸਾ ਅਯੁੱਧ ਕਰ ਸ਼ੋਰੇ। ਸ਼ਾਸਤਰ ਤਿਆਗ ਦਿੱਤੇ, ਕੋਈ ਜੀਵ ਘਾਤ ਨਹੀਂ ਸੀ ਕਰਦੇ ਸ਼ਿਵ ਰਾਮ ਜੀ। ਸ੍ਰੀ ਪਤ ਕੇ ਪਦ ਪਿਦਮ ਨਿਹੋਰੇ। ਹਰ ਵੇਲੇ ਪਰਮੇਸ਼ਰ ਦੇ ਸਤ ਸੰਗਤ ਜੀ ਚਰਨਾਂ ਨੂੰ ਧਿਆਉਂਦੇ ਰਹਿੰਦੇ। ਤੇ ਬਨਾਰਸੀ ਨਾਮ ਸੁਤੀਆ। ਗੁਰੂ ਨਾਨਕ ਦੇਵ ਜੀ ਦੀ ਦਾਦੀ ਦਾ ਨਾਮ ਬਨਾਰਸੀ ਸੀ ਸਤ ਸੰਗਤ ਜੀ, ਸ਼ਿਵ ਰਾਮ ਦਾਦੇ ਦਾ ਨਾਮ ਬਨਾਰਸੀ ਸਤ ਸੰਗਤ ਜੀ,
ਮਹਾਰਾਜ ਦੀ ਦਾਦੀ ਦਾ ਨਾਂ, ਦੋਨੋਂ ਧਰਮੀ ਸਨ। ਪਤ ਬ੍ਰਤ ਧਰਮ ਜਾਸ ਦਿਦ ਕੀਆ। ਜਿਸ ਮਾਤਾ ਬਨਾਰਸੀ ਨੇ ਸਤ ਸੰਗ ਜੀ ਗੁਰੂ ਨਾਨਕ ਦੇਵ ਜੀ ਦੀ ਦਾਦੀ ਨੇ ਬਹੁਤ ਹੀ ਪਤ ਵਰਤਾ ਧਰਮ ਦ੍ਰਿੜ ਕੀਤਾ ਸੀ। ਤਿੰਨ ਤੇ ਸੁਤ ਜੁਗ ਪਏ ਸਚਾਲੂ। ਉਹਦੀ ਕੁੱਖੋਂ ਭਾਈ ਦੋ ਮਰਜ਼ਾਦਾ ਪੁਰਸ਼ੋਤਮ ਪੁੱਤਰ ਪੈਦਾ ਹੋਏ ਭਾਗਾਂ ਵਾਲੇ। ਵੱਡ ਕਾਲੂ ਛੋਟੇ ਸ਼ੁਭ ਲਾਲੂ। ਵੱਡੇ ਬਾਬਾ ਕਾਲੂ ਜੀ ਛੋਟੇ ਲਾਲੂ ਜੀ ਦੋਨੋਂ ਸਕੇ ਭਾਈ ਸਨ। ਵਡ ਭਾਗੀ ਜੋ ਹੈ ਸਭ ਕਰਮੀ। ਸ਼ੁਭ ਕਰਮ ਕਰਨ ਲੱਗੇ ਸਤ ਸੰਗ ਜੀ ਵੱਡੇ ਭਾਗਾਂ ਵਾਲੇ। ਭਗਤ ਪ੍ਰਿਆਨ ਨਿਚਲ ਧਰਮੀ। ਉਹ ਧਰਮ ਵਿੱਚ ਅਚਲ ਸਨ ਤੇ ਭਗਤੀ ਦੇ ਆਸਰੇ ਰਹਿੰਦੇ ਬਾਬਾ ਕਾਲੂ ਜੀ ਵੀ ਬਾਬਾ ਲਾਲੂ ਜੀ ਦੋਨੋਂ। ਜਪ ਤਪ ਵਰਤ ਨੇਮ ਸਮੁਦਾਏ। ਜਪ ਵੀ ਕਰਦੇ ਤਪ ਵੀ ਕਰਦੇ ਵਰਤ ਆਦਿਕ ਰੱਖਦੇ। ਕਰਤ ਬਹੁਤ ਜੇ ਜਨਮ ਬਤਾਏ। ਬਾਬਾ ਕਾਲੂ ਜੀ ਨੇ ਇਸ ਜਨਮ ਦੀ ਇੱਕ ਸਤ ਸੰਗੀ ਖੇਡ ਨਹੀਂ, ਕਈ ਜਨਮ ਪਿੱਛੇ ਜਪ ਤਪ ਕਰਦਿਆਂ ਬਤੀਤ ਕੀਤੇ। ਜਦੋਂ ਆਪਾਂ ਕੋਈ ਭਗਤੀ 'ਚ ਲੱਗਦਾ ਹੈ, ਸਿਮਰਨ ਕਰਦਾ, ਹਰ ਇੱਕ ਦੀਆਂ ਕਾਮਨਾ ਵੱਖਰੀਆਂ ਵੱਖਰੀਆਂ ਨੇ। ਇਸੇ ਤਰ੍ਹਾਂ ਸਤ ਸੰਗਤ ਜੀ ਬਾਬੇ ਕਾਲੂ ਦੀ ਜਨਮਾਂ ਜਨਮਾਂ ਦੀ ਕੀ ਇੱਛਾ ਸੀ ਕਿ ਹੇ ਪਰਮੇਸ਼ਰ ਤੂੰ ਮੇਰੇ ਘਰ ਪੁੱਤਰ ਹੋ ਕੇ ਜਨਮ, ਮੈਂ ਫਿਰ ਤੇਰੀ ਹੱਥਾਂ ਨਾਲ ਸੇਵਾ ਕਰਾਂ, ਫਿਰ ਮੇਰਾ ਚਾਅ ਲਹੂਗਾ। ਕਈ ਜਨਮ ਸਤ ਸੰਗਤ ਜੀ ਜਪ ਤਪ ਕਰਦਿਆਂ ਨੂੰ ਹੋ ਗਏ ਸਨ। ਇਸ ਵੇਰੀ ਪਰਮੇਸ਼ਰ ਨੇ ਸਤ ਸੰਗਤ ਜੀ ਬਾਬੇ ਕਾਲੂ ਜੀ ਦੀ ਇੱਛਾ ਪੂਰੀ ਕਰਨੀ ਸੀ, ਪਰ ਮਾਇਆ ਦਾ ਪ੍ਰਭਾਵ ਵੀ ਉੱਤੇ ਢੱਕ ਛੱਡਿਆ ਬਾਬਾ ਕਾਲੂ ਜੀ, ਪਤਾ ਨਾ ਲੱਗ ਜਾਵੇ ਕਿ ਗੁਰੂ ਨਾਨਕ ਦੇਵ ਜੀ ਅਵਤਾਰ ਨੇ। ਜੇ ਇੱਕ ਦੋ ਵਾਰ ਪਤਾ ਲੱਗਿਆ ਵੀ ਮਹਾਰਾਜ ਨੇ ਸਤ ਸੰਗਤ ਜੀ ਮਾਇਆ ਦੀ ਤ੍ਰਿਸ਼ਨਾ ਲਾਦ ਨਹੀਂ, ਢੱਕ ਦੇਣਾ, ਮੁੰਡਾ ਹੀ ਸਮਝਣਾ ਮਹਾਰਾਜ ਨੂੰ ਇਸ ਨੇ। ਸੋ ਇਸ ਨੇ ਸਤ ਸੰਗਤ ਜੀ ਪਿੱਛੇ ਵੀ ਬੜਾ ਜਪ ਤਪ ਕੀਤਾ। ਅਨੇਕ ਜਨਮ ਕੀ ਇੱਛਾ ਜਾਸੂ। ਅਨੇਕਾਂ ਜਨਮਾਂ ਦੀ ਇੱਛਾ ਸੀ ਮੇਰੇ ਘਰ 'ਚ ਅਵਤਾਰ ਹੋਣ ਪਰਮੇਸ਼ਰ। ਵਿਸ਼ਨ ਹੋਏ ਸਤ ਗਿਆਨ ਨਿਵਾਸੂ। ਗਿਆਨ ਬ੍ਰਹਮ ਗਿਆਨ ਦਾ ਘਰ ਆਪ ਪਰਮੇਸ਼ਰ ਮੇਰੇ ਘਰ ਵਿੱਚ ਪ੍ਰਗਟ ਹੋਵੇ। ਹਿਰਦੇ ਕਰਤ ਸੰਕਲਪ ਵਿਕਲਪਾ। ਜਦੋਂ ਵੀ ਇਕੱਲਾ ਹੋ ਕੇ ਭਗਤੀ ਕਰਨ ਬੈਠਦਾ ਹਿਰਦੇ 'ਚ ਫੁਰਨੇ ਕਰਦਾ ਸੀ। ਭਗਤ ਅਧੀਨ ਰਿਜੇ ਗੁਣ ਅਲਪਾ। ਕੀ ਸੋਚਦਾ ਸੀ ਕਿ ਵਾਹਿਗੁਰੂ ਭਗਤੀ ਦੇ ਅਧੀਨ ਹੈ, ਥੋੜੇ ਗੁਣਾਂ ਦੇ ਅਧੀਨ ਨਹੀਂ ਹੈ। ਥੋੜੇ ਜਿਹੇ ਗੁਣਾਂ ਤੇ ਹੀ ਪ੍ਰਸੰਨ ਹੋ ਜਾਂਦਾ ਪਰਮੇਸ਼ਰ। ਜੇ ਮੁਝ ਲਖੇ ਦੀਨ ਗੁਣ ਨਾਹੀ। ਜੇ ਵਾਹਿਗੁਰੂ ਮੈਨੂੰ ਜਾਣ ਲਵੀ ਇਹ ਤਾਂ ਗਰੀਬ ਹੈ, ਇਹਦੇ 'ਚ ਕੋਈ ਗੁਣ ਨਹੀਂ ਹੈ। ਪਏ ਸੂਕਰੀ ਸਫਰੀ ਮਾਹੀ। ਪਹਿਲਾਂ ਜਿਹੜੇ ਅਵਤਾਰ ਧਾਰੇ ਨੇ ਉਹ ਕਿਹਨਾਂ ਦੇ ਘਰ ਧਾਰੇ ਨੇ? ਦੇਖ ਲੋ, ਸੂਰ ਨੇ ਕਦੇ ਜਾਪ ਜਪਿਆ? ਸੂਰੀ ਦੀ ਕੁੱਖੋਂ ਬ੍ਰਹਾ ਅਵਤਾਰ ਹੋਇਆ। ਬੱਚੀ ਨੇ ਕਦੇ ਜਾਪ ਜਪਿਆ? ਸਤ ਸੰਗਤ ਜੀ ਮੱਛਾ ਅਵਤਾਰ ਧਾਰਿਆ। ਹਾਂਜੀ। ਕਮਠੀ ਆਦਿਕ ਬਿਮਤ ਕੁਜਾਤੀ। ਕੱਛੂ ਕਦੋਂ ਜਾਪ ਜਪਦੇ ਸੁਣੇ? ਉਹਦੇ ਲਈ ਕੱਛੂ ਦੇ ਸਤ ਸੰਗਤ ਘਰ ਵਾਲੀ ਦੇ ਕੁੱਖੋਂ ਕੱਛਾ ਅਵਤਾਰ ਧਾਰਿਆ ਜੋ ਸਮੁੰਦਰ ਰਿੜਕਿਆ। ਇਉਂ ਸਤ ਸੰਗਤ ਜੀ ਬੱਛ ਕੱਛ ਬ੍ਰਹਾ ਇਹ ਅਵਤਾਰ ਧਾਰ ਕੇ ਆਇਆ ਪਰਮੇਸ਼ਰ। ਤਿਨਕੇ ਜਨਮ ਲੀਨ ਜਗ ਖਿਆਤੀ। ਜਦ ਵਾਹਿਗੁਰੂ ਨੇ ਉਹਨਾਂ ਜੂਨਾਂ ਦੇ ਜਿਹੜੇ ਜੀਵ ਸੀ ਉੱਥੇ ਜਨਮ ਲੈ ਲਿਆ, ਮੇਰੇ ਘਰ ਕਿਉਂ ਨਹੀਂ ਜਨਮ ਲੈਣਗੇ? ਪ੍ਰੇਮ ਡੋਰ ਸੋ ਕਰੇ ਅਕਰਨੀ। ਪ੍ਰੇਮ ਦੇ ਬੰਦੇ ਹੋਏ ਪਰਮੇਸ਼ਰ ਜਿਹੜਾ ਕੰਮ ਨਹੀਂ ਕਰਨਾ ਉਹ ਕਰਦਾ ਹੈ। ਕੀਰਤ ਬਿਮਲ ਬੇਦ ਇਮਤ ਵਰਣੀ। ਵੇਦ ਸ਼ਾਸਤਰਾਂ ਚ ਉਜਲ ਮਹਿਮਾ ਕਹੀ ਹੈ ਪਰਮੇਸ਼ਰ ਦੀ, ਪ੍ਰੇਮ ਦੇ ਅਧੀਨ ਹੈ। ਅਦਿੱਤੀ ਕਸ਼ਯਪ ਕੇ ਜਿਮ ਤਾਮਾ। ਦੇਖ ਲੋ ਕਸ਼ਯਪ ਰਿਖੀ ਦੇ ਜਿਹੜੇ ਘਰ ਵਾਲੀ ਅਦਿੱਤੀ ਸੀ ਉਹਦੇ ਬਾਬਨ ਰੂਪ ਹੋ ਕਰਕੇ ਜੰਮਿਆ। ਉਪਜਤ ਭਏ ਉਪੇਦਰ ਨਾਮਾ। 52 ਉਂਗਲੀ ਦਾ ਰੂਪ ਬੌਨਾ ਹੋ ਕਰਕੇ ਰਾਜੇ ਬਲ ਨੂੰ ਛੜਿਆ। ਅਸ ਆਸ਼ਾ ਤਰ ਅਸੁਰ ਬਨਾਸੀ। ਐਉਂ ਵਾਹਿਗੁਰੂ ਦੇ ਜੋ ਰਾਖਸ਼ਾਂ ਨੂੰ ਨਾਸ਼ ਕਰਨ ਵਾਲਾ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਉਹ ਵਾਹਿਗੁਰੂ ਦੇ ਤੇ ਆਸਾ ਰੱਖ ਕੇ ਭਇਓ ਨਿਰੰਤਰ ਰੂਪ ਪਾਸੀ। ਇੰਨੀ ਭਗਤੀ ਕੀਤੀ ਸਤ ਸੰਗਤ ਜੀ ਪਰਮੇਸ਼ਰ ਦਾ ਰੂਪ ਹੀ ਧਾਰ ਗਿਆ ਬਾਬਾ ਕਾਲੂ। ਕਾਲੂ ਨਾਮ ਜਨਮ ਜਬ ਧਾਰਾ। ਜਦੋਂ ਪਿਛਲੇ ਜਨਮਾਂ ਦੀ ਭਗਤੀ ਕਰਦੇ ਕਰਦੇ ਨੇ ਇਹ ਕਲਯੁਗ ਦੇ ਸਮੇਂ ਸਤ ਸੰਗਤ ਜੀ ਸਰੀਰ ਮਿਲਿਆ ਬਾਬੇ ਸ਼ਿਵ ਰਾਮ ਦੇ ਘਰੋਂ। ਫਿਰ ਨਾਂ ਰੱਖਿਆ ਸਤ ਸੰਗਤ ਜੀ ਬਾਬਾ ਕਲਿਆਣ ਚੰਦ ਜੀ। ਆਪ ਦੀ ਵੀ ਕਲਿਆਣ ਹੈ। ਚੰਦਰਮਾ ਨਾਲੋਂ ਸਤ ਸੰਗਤ ਜੀ ਅਤਿਅੰਤ ਉੱਤਮ ਸਾਹਿਬਜ਼ਾਦਾ ਵੀ ਪ੍ਰਗਟ ਹੋਏ ਗੁਰੂ ਨਾਨਕ ਦੇਵ ਸਾਹਿਬ ਜੀ। ਭਾਵੇਂ ਬਾਬਾ ਕਾਲੂ ਕਾਲੂ ਕਹਿੰਦੇ ਆਪ ਜੀ ਦਾ ਨਾਮ ਕਲਿਆਣ ਚੰਦ ਜੀ ਸੀ ਸਤ ਸੰਗਤ ਜੀ। ਸੋ ਪਹਿਲਾਂ ਹੀ ਕਲਿਆਣ ਰੂਪ ਨੇ ਸਤ ਸੰਗਤ ਜੀ ਬਾਬਾ ਕਾਲੂ ਜੀ। ਸੋ ਜਿਸ ਵੇਲੇ ਇਹ ਧਰਮਾਤਮਾ ਸੀ ਤਦੇ ਸਤ ਸੰਗਤ ਜੀ ਇਹਨਾਂ ਦੇ ਬਾਬੇ ਸ਼ਿਵ ਰਾਮ ਦੇ ਘਰ ਵਿੱਚ ਜੰਮੇ।
ਜਿਸ ਵੇਲੇ ਇੱਥੇ ਕਾਲੂ ਰੂਪ ਹੋ ਕਰਕੇ ਪ੍ਰਗਟ ਹੋਏ, ਪੂਰਨ ਆਸਾ ਕੀਨ ਮਰਾਰਾ। ਵਾਹਿਗੁਰੂ ਨੇ ਫੇਰ ਆਸਾ ਪੂਰੀ ਕੀਤੀ ਕਿ ਹੁਣ ਤੇਰੇ ਘਰ ਵਿੱਚ ਅਸੀਂ ਆਪ ਅਵਤਾਰ ਧਾਰਾਂਗੇ। ਸੁਤ ਕਾਲੂ ਪਿਕ ਪਿਤ ਸਿਵਰਾਮ। ਇੱਧਰ ਸ਼ਿਵਰਾਮ ਨੇ ਸੋਚਿਆ ਮੇਰਾ ਪੁੱਤਰ ਯੁਵਾ ਅਵਸਥਾ ਨੂੰ ਵਰ ਜੋਗ ਪ੍ਰਾਪਤ ਹੈ, ਪਾਣ ਗ੍ਰਹਿ ਕੀਰਤ ਧਮ। ਕਿ ਇਹਨਾਂ ਦਾ ਵਿਆਹ ਕਰ ਦਈਏ। ਤੇ ਪਤ ਵਰਤਾ ਗੁਣ ਨਿਧ ਸੋ। ਉਸ ਵੇਲੇ ਸਤਸੰਗ ਦੀ ਸ਼ਾਦੀ ਹੋਈ, ਗੁਣਾ ਦਾ ਖਜ਼ਾਨਾ ਘਰ ਵਾਲੀ ਪਤਵਰਤਾ ਸਤਸੰਗ ਜੀ ਮਾਤਾ ਕੌਣ ਸੀ? ਮਾਤਾ ਤ੍ਰਿਪਤਾ, ਗੁਰੂ ਨਾਨਕ ਦੇਵ ਜੀ ਦੀ ਮਾਤਾ। ਤੈਂ ਸ਼ੀਲਤਾ ਕਹਿ ਸਕ ਕੋ। ਮਾਤਾ ਤ੍ਰਿਪਤਾ ਦਾ ਸੀਲ ਸੁਭਾਅ ਕੌਣ ਕਥਨ ਕਰ ਸਕਦਾ? ਇੰਨਾ ਸਤਸੰਗ ਜੀ ਹਿਰਦਾ ਸਾਫ ਸੀ। ਸਾਧਵੀ ਪਾਏ ਕਾਲ ਬਹੁ ਕਾਲੂ। ਕੁਝ ਸਮਾਂ ਪਾ ਕੇ ਸਤਸੰਗ ਜੀ ਮਾਤਾ ਤ੍ਰਿਪਤਾ ਨੇ ਵਿਆਹ ਹੋਏ ਤੋਂ ਬਾਅਦ ਕੀਏ ਵਰਤ ਤਬ ਕਠਨ ਬਸਾਲ। ਆਪ ਬਾਬਾ ਕਾਲੂ ਜੀ ਦੇ ਸਮੇਤ ਮਾਤਾ ਤ੍ਰਿਪਤਾ ਨੇ ਬੜੀ ਭਗਤੀ ਕੀਤੀ, ਵਰਤ ਆਦਿਕ ਜਪ ਤਪ ਕੀਤੇ। ਚਿਰੰਕਾਲ ਇਵ ਚੰਪਤ ਬੀਤਾ। ਜਦੋਂ ਚਿਰ ਕਾਲ ਬਤੀਤ ਹੋ ਗਿਆ, ਪਤੀ ਸਤੀ ਨੂੰ ਨਨਕਾਣੇ ਸਾਹਿਬ ਰਹਿੰਦੇ ਆ। ਹਰ ਪਦ ਪੰਕਜ ਜਿਨ ਮਨ ਪ੍ਰੀਤਾ। ਜਿਨ੍ਹਾਂ ਦੀ ਅੱਠੇ ਪਹਿਰ ਵਾਹਿਗੁਰੂ ਦੇ ਚਰਨਾਂ ਕਮਲਾਂ 'ਚ ਪ੍ਰੀਤੀ ਰਹਿੰਦੀ ਹੈ। ਤਲਵੰਡੀ ਮੈਂ ਰਾਏ ਬੁਲਾਰੂ। ਇੱਧਰ ਰਾਏ ਬੁਲਾਰ ਸੀ ਰਜਵਾੜਾ ਖਾਲਸਾ ਜੀ, ਰਾਏ ਭੋਈ ਦੀ ਤਲਵੰਡੀ ਦਾ। ਸੋਦਰ ਸਮ ਕਾਲੂ ਸੰਗ ਪਿਆਰੂ। ਬਾਬਾ ਕਾਲੂ ਜੀ ਦੇ ਨਾਲ ਸਕਾ ਭੈਰਾਂ ਵਾਂਗੂ ਪਿਆਰ ਕਰਦਾ ਸੀ। ਜਿੰਨੀ ਉਹਦੀ ਜਾਇਦਾਦ ਸੀ ਉਹਦੀ ਪਟਵਾਰ ਇਹਨੂੰ ਸੰਭਾਲੀ ਹੋਈ ਸੀ। ਜਿਤੇ ਗ੍ਰਾਮ ਕੋ ਸੋ ਅਧਿਕਾਰੀ। ਜਿੰਨੇ ਪਿੰਡ ਸੀ ਇਹਦੇ ਸਤਸੰਗ ਜੀ ਅਧੀਨ ਰਾਏ ਬੁਲਾਰ ਦੇ। ਸਭ ਕੀ ਦਈ ਕਾਰ ਪਟਵਾਰੀ। ਇਹ ਸਾਰੀ ਪਟਵਾਰ ਦੀ ਜ਼ਿੰਮੇਵਾਰੀ ਬਾਬੇ ਕਾਲੂ ਜੀ ਦੀ ਸੀ। ਅਸਬਦ ਬਿਲਸਤ ਅਨਕ ਬਲਾਸਾ। ਇਸ ਕਰਕੇ ਸਤਸੰਗ ਜੀ ਬੜੇ ਖੁਸ਼ੀ ਦੇ ਸਹਿਤ ਦਿਨ ਬਤੀਤ ਕਰਦੇ ਸੀ। ਮਾਤਾ ਤ੍ਰਿਪਤਾ ਦੇ ਬਾਬਾ ਕਾਲੂ ਜੀ ਦੰਪਤ ਉਰ ਧਰੀ ਸੁਤ ਆਸਾ। ਪੁੱਤਰ ਦੀ ਆਸਾ ਧਾਰਦੇ ਨੇ ਬਾਬਾ ਕਾਲੂ ਤੇ ਮਾਤਾ ਤ੍ਰਿਪਤਾ। ਸਾਧਵੀ ਗਰਭ ਧਰਨ ਪੁਨ ਕੀਨਾ। ਵਾਹਿਗੁਰੂ ਨੂੰ ਭਾਇਆ ਖਾਲਸਾ ਜੀ, ਮਾਤਾ ਨੇ ਗਰਭ ਧਾਰਿਆ। ਜਨਮੀ ਤਨਿਆ ਸੁਮਤ ਪਰਬੀਨਾ। ਖਾਲਸਾ ਜੀ ਮਾਨੋ ਵਾਹਿਗੁਰੂ ਗੁਰੂ ਨਾਨਕ ਦੇਵ ਦੇ ਅਵਤਾਰ ਧਾਰਨ ਤੋਂ ਪਹਿਲਾਂ ਭਗਤੀ ਨੇ ਪਹਿਲਾਂ ਹੀ ਕਾਹਲੀ ਪੈ ਗਈ, ਅਵਤਾਰ ਧਾਰ ਲਿਆ। ਬੀਬੀ ਨਾਨਕੀ ਨੇ ਸਤਸੰਗ ਜੀ ਅਵਤਾਰ ਧਾਰਿਆ। ਬੀਬੀ ਨਾਨਕੀ ਸਤਸੰਗ ਜੀ ਭਗਤੀ ਦਾ ਅਵਤਾਰ ਹਨ। ਹਿਮਗਿਰ ਮੈਨਾ ਕੇ ਕਰਮਾਹੀ। ਜਿਵੇਂ ਹਿਮਾਲਿਆ ਪਰਬਤ ਦੇ ਸਤਸੰਗ ਜੀ ਘਰ ਵਾਲੀ ਮੈਨਾ ਮੰਨੀ, ਉਹਦੇ ਘਰ ਜਿਵੇਂ ਪਾਰਬਤੀ ਜੰਮੀ ਸੀ ਨਾ, ਐ ਬੀਬੀ ਨਾਨਕੀ ਨੇ ਜਨਮ ਲਿਆ। ਪਾਰਬਤੀ ਜਨਮ ਜਾਈ। ਸਮਾਂ ਆ ਗਿਆ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ, ਕਿ ਇਹਨਾਂ ਦੇ ਪੁੱਤਰ ਹੋ ਕੇ ਜੰਮੀਏ। ਅਸ ਵਿਚਾਰ ਆਏ ਜਗਰਾਈ। ਜਿਉਂ ਜਗ ਦਾ ਸੁਆਮੀ ਵਾਹਿਗੁਰੂ ਸਤਸੰਗ ਜੀ ਵਿਚਾਰ ਕਰਕੇ ਦੁਤੀਆ ਗਰਭ ਕੋ ਧਾਰਨ ਕੀਨਾ। ਉਸ ਵੇਲੇ ਮਾਤਾ ਤ੍ਰਿਪਤਾ ਨੇ ਦੂਸਰਾ ਗਰਭ ਧਾਰਿਆ। ਗੁਰੂ ਨਾਨਕ ਦੇਵ ਜੀ ਮਾਤਾ ਦੇ ਉਦਰ ਚ ਆਏ। ਪਤ ਬ੍ਰਤ ਧਰਮ ਜਾਸ ਮਨ ਲੀਨਾ। ਜਿਸ ਮਾਤਾ ਤ੍ਰਿਪਤਾ ਦਾ ਪਤਵਰਤਾ ਧਰਮ ਵਿੱਚ ਮਨ ਲੀਨ ਹੈ। ਜੋ ਦੁਤੀਆਂ ਕੋ ਬ੍ਰਿਧਤ ਚੰਦੂ। ਐ ਸਤਿਗੁਰੂ ਜੀ ਗਰਭ ਚ ਵੱਧ ਰਹੇ ਨੇ, ਜਿਵੇਂ ਏਕਮ ਤੋਂ ਦੂਜ ਦਾ ਚੰਦਰਮਾ ਪੁੰਨਿਆ ਤੱਕ ਵੱਧਦਾ। ਤੇਸ਼ਮ ਗਰਭ ਰੂਪ ਸੁਖ ਕੰਦੂ। ਜੋ ਸੁਖਾਂ ਦੇ ਦਾਤੇ ਸਤਸੰਗ ਜੀ ਗਰਭ ਚ ਵੱਧ ਰਹੇ ਨੇ। ਪ੍ਰੇਮੀਓ ਸਮਾਂ ਸਮਾਪਤ ਹੋਇਆ, ਇੱਥੇ ਵਿਸਰਾਮ ਦਿੰਦੇ ਹਾਂ। ਕੁਝ ਇਹ ਜਿਹੜਾ ਸਤਸੰਗ ਜੀ ਰਹਿ ਗਿਆ ਇੱਥੇ ਸਮਾਪਤੀ ਕਰਦੇ ਹਾਂ। ਮਹਾਰਾਜ ਜੀ ਨੇ ਖਾਲਸਾ ਜੀ ਇਸੇ ਤਰ੍ਹਾਂ ਸਮਾਂ ਆਉਣ ਤੇ ਅੱਜ ਦੇ ਦਿਨ ਸਤ ਸੰਗਤ ਜੀ ਭਾਵੇਂ ਭਾਰਤ ਵਰਸ਼ ਵਿੱਚ ਸੰਗਤਾਂ ਮਨਾ ਰਹੀਆਂ ਨੇ। ਸੋ ਆਪਾਂ ਸਤ ਸੰਗਤ ਜੀ ਭਾਵੇਂ ਕੱਲ ਨੂੰ ਮਨਾਉਣਾ, ਦਿਨ ਰਾਤ ਦਾ ਉੱਥੇ ਦਾ ਫਰਕ ਹੈ। ਅੱਜ ਸਤ ਸੰਗਤ ਜੀ ਤੜਕੇ ਸਮਝ ਲਓ, ਜੇ ਟਾਈਮ ਦੇਖੋਗੇ ਤਾਂ ਇਸ ਵੇਲੇ ਸਤਿਗੁਰੂ ਨਾਨਕ ਦੇਵ ਨੇ ਅਵਤਾਰ ਧਾਰ ਲਿਆ ਹੈ, ਕਿਉਂ ਉੱਥੇ ਤੜਕੇ ਦਾ ਸਮਾਂ ਹੈ। ਉਸ ਹਿਸਾਬ ਨਾਲ ਖਾਲਸਾ ਜੀ ਇਹ ਆਪਣਾ ਅਖੰਡ ਪਾਠ ਜਿਹੜਾ ਚੱਲ ਰਿਹਾ ਹੈ। ਕੱਲ ਨੂੰ ਆਪਾਂ ਸਤਸੰਗ ਦੀ ਖੁਸ਼ੀਆਂ ਮਨਾਉਣੀਆਂ ਹਨ। ਸਦਾ ਹੀ ਸਤਸੰਗ ਗੁਰੂ ਘਰ ਵਿੱਚ ਤਾਂ ਖੁਸ਼ੀਆਂ। ਮਹਾਰਾਜ ਕਿਰਪਾ ਕਰਨ ਭਾਈ, ਜਿਸ ਪ੍ਰਯੋਜਨ ਹਿਤ ਆਪ ਜੀ ਨੇ ਅਵਤਾਰ ਧਾਰਿਆ ਹੈ, ਉਹ ਭਾਈ ਪ੍ਰਯੋਜਨ ਆਪ ਜੀ ਨੇ ਦਸਾਂ ਜੋਤਾਂ 'ਚ ਵਰਤ ਕੇ ਐਨ ਮੁਕੰਮਲ ਕਰ ਦਿੱਤਾ। ਕਲਯੁਗ ਦੇ ਸਮੇਂ ਸਤਯੁਗ ਵਰਤਾ ਕੇ ਰੱਖ ਦਿੱਤਾ। ਖਾਲਸਾ ਜੀ ਭੁੱਲਾਂ ਚੁੱਕਾਂ ਸਤਸੰਗ ਜੀ ਮਾਫ ਕਰਨੀਆਂ। ਸਤਿਗੁਰੂ ਜੀ ਕਿਰਪਾ ਕਰਨ, ਆਪਣੀਆਂ ਘੜੀਆਂ ਲੇਖੇ ਲਾਉਣ। ਰਾਗੀ ਸਿੰਘ ਸਾਹਿਬ ਹਾਜ਼ਰ ਨੇ। ਖਾਲਸਾ ਜੀ ਆਪ ਕੀਰਤਨ ਦਾ ਰਸ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ